सत श्री अकाल जी। हमदर्द टीवी देखने वाले सारे दर्शकों का स्वागत है प्रोग्राम पैसा ते ला विच। मैं हाँ तरनजीत कौर घुम्मण हाज़र हाँ जी लैके तुहाडा अपना प्रोग्राम जिहदे विच असीं गलबात करांगे पैसा ते ला बारे। सो अक्सर असीं गलबात करदे हां कुछ अजिहे मुद्दਿਆਂ उत्ते जिहदे बारे तुहानूं जानकारी दिंदे हां असीं ते कोशिश करदे हां जिन्नी वध तों वध जानकारी तुहाडे नाल शेयर कीती जा सके। अज असीं खास तौर ते गलबात करन लगे हां डिसेबिलिटी दे बारे विच, डिसेबिलिटी बेनिफिट्स दे बारे विच, इंश्योरेंस दे बारे विच। किसी ने तुहाडे विचों डिसेबिलिटी इंश्योरेंस लई आ, ਅਸੀਂ ਅਕਸਰ ਇਸ ਚੀਜ਼ ਨੂੰ ਇਹਨਾਂ ਨੈਗਲੈਕਟ ਕਿਉਂ ਕਰ ਦਿੰਦੇ ਆ ਕਿ ਸਾਨੂੰ ਲੱਗਦਾ ਹੈ ਕਿ ਸਾਨੂੰ ਜ਼ਿੰਦਗੀ ਵਿੱਚ ਕਦੇ ਡਿਸੇਬਲ ਅਸੀਂ ਹੋ ਨਹੀਂ ਸਕਦੇ ਜਾਂ ਰੱਬ ਨਾ ਕਰੇ ਖੁਦਾ ਨਾ ਖਾਸਤਾ ਸਾਨੂੰ ਕਦੇ ਕੋਈ ਸੱਟ ਲੱਗ ਜਾਵੇ, ਅਸੀਂ ਇਨਕਮ ਆਪਣੀ ਕਿਵੇਂ ਰਿਪਲੇਸ ਕਰਾਂਗੇ। ਕਿਉਂਕਿ ਸਭ ਚਾਹੁੰਦੇ ਨੇ ਹੈਂਡ ਟੂ ਮਾਊਥ, ਇੱਥੇ ਅਸੀਂ ਹੁੰਦੇ ਆ ਜਿਸ ਤਰੀਕੇ ਨਾਲ ਖਰਚੇ ਵੱਧ ਰਹੇ ਨੇ ਸੇਵਿੰਗ ਕਰਨਾ ਬਹੁਤ ਮੁਸ਼ਕਿਲ ਹੋ ਰਿਹਾ। ਜਿਹੇ ਵਿੱਚ ਰੱਬ ਨਾ ਕਰੇ ਕੋਈ ਸੱਟ ਲੱਗ ਗਈ, ਅਸੀਂ ਡਿਸੇਬਲ ਹੋ ਗਏ, ਕੁਝ ਸਮੇਂ ਲਈ ਸਾਨੂੰ ਛੁੱਟੀਆਂ ਲੈਣੀਆਂ ਪੈ ਗਈਆਂ ਕੰਮ ਤੋਂ ਜਾਂ ਕੰਮ ਤੋਂ ਸਾਨੂੰ ਜਵਾਬ ਮਿਲ ਗਿਆ ਤਾਂ ਅਸੀਂ ਕੀ ਕਰਾਂਗੇ। ਡਿਸੇਬਿਲਿਟੀ ਇੰਸ਼ੋਰੈਂਸ ਦੇ ਬਾਰੇ ਵਿੱਚ ਅੱਜ ਅਸੀਂ ਗੱਲਬਾਤ ਕਰਨ ਲੱਗੇ ਹਾਂ। ਇਸ ਦੇ ਬਾਰੇ ਵਿੱਚ ਤੁਹਾਡਾ ਕੋਈ ਵੀ ਸਵਾਲ ਹੈ ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਅੱਜ ਦੇ ਟੌਪਿਕ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਟਰੂਪੈਕਸ ਫਾਈਨੈਂਸ਼ੀਅਲ ਤੋਂ ਮਿਸਟਰ ਵਿਕਰਮ ਜੰਜੂਆ। ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਤਰਨ ਜੀ ਇਸ ਪਲੇਟਫਾਰਮ ਤੇ ਮੌਕਾ ਦੇਣ ਦਾ ਕਿ ਅਸੀਂ ਇਸ ਬੜੇ ਹੀ ਅਹਿਮ ਮੁੱਦੇ ਦੇ ਉੱਤੇ ਆਪਣੇ ਲੋਕਾਂ ਨਾਲ ਵਿਚਾਰ ਸਾਂਝੇ ਕਰ ਸਕੀਏ ਕਿ ਡਿਸੇਬਿਲਿਟੀ ਇੰਸ਼ੋਰੈਂਸ ਜਦੋਂ ਤੁਸੀਂ ਕਿਹਾ ਕਿ ਪੇਚੈਕ ਟੂ ਪੇਚੈਕ ਡੈਫੀਨਿਟਲੀ ਡਿਸੇਬਿਲਿਟੀ ਇੰਸ਼ੋਰੈਂਸ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈਗੀ ਔਰ ਅੱਜ ਡਿਸਕਸ਼ਨ ਦੇ ਵਿੱਚ ਵੀ ਜਿਲਾ ਅਸੀਂ ਜ਼ਿਕਰ ਕਰਾਂਗੇ ਤੁਸੀਂ ਆਪਣਾ ਮਹਿਸੂਸ ਕਰੋਗੇ ਕਿ ਡੈਫੀਨਿਟਲੀ एवरीवन ਸ਼ੁੱਡ ਡਿਸਕਸ ਅਬਾਊਟ ਇਟ ਕਿ ਇੰਸ਼ੋਰੈਂਸ ਹੋਣੀ ਚਾਹੀਦੀ ਹੈ ਡਿਸੇਬਿਲਿਟੀ ਇੰਸ਼ੋਰੈਂਸ। ਜਦੋਂ ਆਪਾਂ ਇਸ ਤੋਂ ਪਹਿਲਾਂ ਪ੍ਰੋਗਰਾਮ ਕਰਦੇ ਸੀ ਉਦੋਂ ਮੋਸਟਲੀ ਆਰਆਰਐਸਪੀ ਦੇ ਬਾਰੇ ਵਿੱਚ ਆਪਾਂ ਡਿਸਕਸ ਕੀਤੀ ਆ, ਟੈਕਸ ਦੇ ਬਾਰੇ ਵਿੱਚ ਗੱਲਬਾਤ ਕੀਤੀ, ਆਪਾਂ ਇਹ ਜਿਹੇ ਮੁੱਦੇ ਲੈ ਕੇ ਆਏ ਸੀ। ਪਰ ਅੱਜ ਡਿਸੇਬਿਲਿਟੀ ਦੇ ਬਾਰੇ ਵਿੱਚ ਤੁਸੀਂ ਇਹ ਕਿਉਂ ਸੋਚਿਆ ਵੀ ਇਸ ਮੁੱਦੇ ਉੱਤੇ ਗੱਲਬਾਤ ਕੀਤੀ ਜਾਵੇ ਕਿਉਂਕਿ ਟੈਕਸ ਦਾ ਜੇ ਆਖਰੀ ਦਿਨ ਚੱਲਦੇ ਪਏ ਨੇ ਪਰ ਇਹਦੇ ਵਿੱਚ ਡਿਸੇਬਿਲਿਟੀ ਕਿਉਂ ਆਪਾਂ ਲੈ ਕੇ ਆਏ ਹਾਂ? ਤਰਨ ਜੀ ਜਿੱਦਾਂ ਤੁਸੀਂ ਕਿਹਾ ਕਿ ਅਸੀਂ ਆਰਆਰਐਸਪੀ ਦੀ ਗੱਲ ਕੀਤੀ, ਟੀਐਫਐਸ ਦੀ ਗੱਲ ਕੀਤੀ, ਅਸੀਂ ਉਹ ਕਿਉਂ ਕਰਦੇ ਹਾਂ? ਅਸੀਂ ਰਿਟਾਇਰਮੈਂਟ ਪਲੈਨਿੰਗ ਲਈ ਕਰਦੇ ਹਾਂ, ਉਹਦੇ ਲਈ ਇਨਕਮ ਚਾਹੀਦੀ ਹੈ ਫਿਰ ਹੀ ਅਸੀਂ ਸੇਵਿੰਗ ਕਰ ਸਕਦੇ ਹੈਗੇ। ਪਰ ਇਨਕਮ ਕਮਾਉਣ ਲਈ ਸਾਡਾ ਤੰਦਰੁਸਤ ਹੋਣਾ ਵੀ ਜ਼ਰੂਰੀ ਹੈਗਾ। ਪਰ ਜੇਕਰ ਡਿਸੇਬਿਲਿਟੀ ਹੋ ਜਾਂਦੀ ਹੈਗੀ ਤਾਂ ਸਭ ਤੋਂ ਪਹਿਲਾਂ ਇੰਪੈਕਟ ਕਿੱਥੇ ਪੈਂਦਾ ਹੈਗਾ? ਸਭ ਤੋਂ ਪਹਿਲਾਂ ਇੰਪੈਕਟ ਸਾਡੀ ਇਨਕਮ ਤੇ ਪੈਂਦਾ ਹੈਗਾ। ਹੁਣ ਜਦੋਂ ਇਨਕਮ ਹੀ ਨਹੀਂ ਰਹੀ ਤੇ ਉਹ ਸੇਵਿੰਗ ਵਾਲਾ ਆਸਪੈਕਟ ਜਾਂ ਇਨਕਮ ਟੈਕਸ ਬਚਾਉਣ ਵਾਲਾ ਆਸਪੈਕਟ ਪਿੱਛੇ ਪੈ ਜਾਂਦਾ ਹੈ। ਦੇਖੋ ਜਿੱਥੇ ਪੈਸਾ ਬਚਾਉਣਾ ਜਾਂ ਇਨਵੈਸਟ ਕਰਨਾ ਜ਼ਰੂਰੀ ਹੈਗਾ ਉੱਥੇ ਪੈਸਾ ਕਮਾਉਣਾ ਵੀ ਜ਼ਰੂਰੀ ਹੈਗਾ ਔਰ ਕਮਾਉਂਦੇ ਰਹਿਣਾ ਵੀ ਬਹੁਤ ਜ਼ਰੂਰੀ ਹੈਗਾ ਕਿ ਅਸੀਂ ਹਰ ਵੇਲੇ ਆਪਣੇ ਆਪ ਨੂੰ ਮੈਂਟਲੀ ਔਰ ਫਿਜ਼ੀਕਲੀ ਪ੍ਰਿਪੇਅਰ ਕਰੀਏ ਕਿ ਅਸੀਂ ਕੰਮ ਕਰ ਸਕਦੇ ਹਾਂ, ਪੈਸਾ ਕਮਾ ਸਕਦੇ ਹਾਂ। ਹੁਣ ਜੇਕਰ ਡਿਸੇਬਿਲਿਟੀ ਹੁੰਦੀ ਹੈਗੀ ਆ ਤੇ ਸਭ ਤੋਂ ਪਹਿਲਾਂ ਜਦੋਂ ਪੈਸਾ ਤੁਹਾਡਾ ਆਉਣਾ ਬੰਦ ਹੋ ਗਿਆ ਲੇਕਿਨ ਖਰਚੇ ਐਜ਼ ਇਟ ਇਜ਼ ਚੱਲ ਰਹੇ ਨੇ। ਹੁਣ ਜਿਵੇਂ ਤੁਹਾਨੂੰ ਜੇਕਰ ਕਹਾਂ ਕਿ ਅਗਰ ਤੁਸੀਂ ਇੱਕ ਨਿਗਾਹ ਮਾਰੋ ਕਿ ਅਗਰ ਡਿਸੇਬਿਲਿਟੀ ਹੁੰਦੀ ਹੈ ਤਾਂ ਕਿਹੜਾ ਖਰਚਾ ਅਜਿਹਾ ਹੈਗਾ ਜਿਹੜਾ ਰੁਕ ਜਾਵੇਗਾ? ਬਹੁਤ ਘੱਟ ਨੇ, ਆਲਮੋਸਟ ਸਾਰੇ ਖਰਚੇ। ਕਿ ਮਾਰਗੇਜ ਵੀ ਦੇਣੀ ਪਏਗੀ, ਗ੍ਰੋਸਰੀ ਦੇ ਬਿਲਸ ਵੀ ਆਉਣਗੇ, ਗੈਸ ਜਾਂ ਹੋਰ ਵੀ ਜਿਹੜੇ ਖਰਚੇ ਜਿਹੜੇ ਰੂਟੀਨ 'ਚ ਖਰਚੇ ਚੱਲਦੇ ਨੇ, ਯੂਟਿਲਿਟੀ ਬਿਲਸ ਵੀ ਆਉਣਗੇ। ਲੇਕਿਨ ਜਦੋਂ ਤੁਸੀਂ ਪੇਚੈਕ ਟੂ ਪੇਚੈਕ ਵਾਲੀ ਗੱਲ ਕੀਤੀ ਹੈਗੀ ਕਿ ਜਦੋਂ ਅਸੀਂ ਸਾਡਾ ਬਜਟ ਪਹਿਲੇ ਹੀ ਬਹੁਤ ਜ਼ਿਆਦਾ ਟਾਈਟ ਹੈ, ਮੇਰੇ ਖਿਆਲ ਨਾਲ ਬਹੁਤ ਜ਼ਿਆਦਾ ਰਿਸਕੀ ਹੈਗਾ ਇਸ ਬਾਰੇ ਸੋਚਣਾ ਕਿ ਜੇ ਮੈਂ ਕੰਮ ਕਰਨ ਦੇ ਕਾਬਿਲ ਨਹੀਂ ਰਹਿ ਗਿਆ, ਮੇਰੀ ਆਮਦਨ ਉਨੀ ਨਹੀਂ ਰਹੀ ਜਾਂ ਮੇਰੀ ਆਮਦਨ ਬਿਲਕੁਲ ਬੰਦ ਹੋ ਗਈ ਤਾਂ ਮੇਰੇ ਖਰਚੇ ਕਿਵੇਂ ਚੱਲਣਗੇ। ਸੋ ਆਈ ਥਿੰਕ ਦੈਟਸ ਵਾਈ ਸਾਨੂੰ ਇਹ ਲੱਗਿਆ ਕਿ ਵਾਈ ਨੋਟ ਕਿ ਅਸੀਂ ਸੇਵਿੰਗ ਦੀ ਗੱਲ ਕਰਦੇ ਸੀ ਤਾਂ ਥੋੜ੍ਹਾ ਜਿਹਾ ਅਸੀਂ ਇਨਕਮ ਰਿਪਲੇਸਮੈਂਟ ਜਾਂ ਜਿੱਦਾਂ ਤੁਸੀਂ ਲਿਵਿੰਗ ਬੈਨੀਫਿਟਸ ਦੀ ਗੱਲ ਆ ਵੀ ਆਪਾਂ ਉਹ ਵੀ ਕਿਉਂ ਨਾ ਜ਼ਿਕਰ ਕਰੀਏ ਉਸ ਚੀਜ਼। ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਡਿਸੇਬਿਲਿਟੀ ਤੋਂ ਬਾਅਦ ਇੱਕ ਤਰੀਕੇ ਨਾਲ ਇਨਕਮ ਦੇ ਉੱਤੇ ਬਹੁਤ ਛੇਤੀ ਇਫੈਕਟ ਪੈਂਦਾ, ਪਰ ਆਮ ਤੌਰ ਦੇ ਉੱਤੇ ਜਦੋਂ ਅਸੀਂ ਦੇਖਦੇ ਹਾਂ ਤਾਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਵਰਕਰ ਸੇਫਟੀ ਇੰਪਲੋਇਮੈਂਟ ਇੰਸ਼ੋਰੈਂਸ ਵਗੈਰਾ ਹੁੰਦੀਆਂ ਨੇ ਜਾਂ ਫਿਰ ਇੰਪਲੋਇਮੈਂਟ ਇੰਸ਼ੋਰੈਂਸ ਦੀ ਗੱਲ ਕਰ ਲਓ। ਸੋ ਸੇਫਟੀ ਬੈਨੀਫਿਟਸ ਵੀ ਹੁੰਦੇ ਆ, ਇੰਪਲੋਇਮੈਂਟ ਇੰਸ਼ੋਰੈਂਸ ਵੀ ਹੁੰਦੀ ਆ, ਇਹਦੇ ਬਾਵਜੂਦ ਫਿਰ ਸਾਨੂੰ ਅਲੱਗ ਤੋਂ ਡਿਸੇਬਿਲਿਟੀ ਇੰਸ਼ੋਰੈਂਸ ਲੈਣ ਦੀ ਕੀ ਲੋੜ ਹੈ? ਤਰ ਜੀ ਇਹਦੇ ਲਈ ਪਹਿਲੇ ਮੈਂ ਕੁਝ ਅੰਕੜੇ ਸ਼ੇਅਰ ਕਰਨਾ ਚਾਹੁੰਦਾ ਹਾਂ। ਕੈਨੇਡਾ ਦੇ ਵਿੱਚ ਜੇ ਅਸੀਂ ਕੈਂਸਰ ਸੁਸਾਇਟੀ ਦੇ ਅੰਕੜੇ ਦੇਖੀਏ, ਹਰ ਦੂਸਰਾ ਵਿਅਕਤੀ ਮਤਲਬ ਕਿ 2 ਚੋਂ 1 ਵਿਅਕਤੀ ਨੂੰ ਕੈਂਸਰ ਦੀ ਕਦੇ ਨਾ ਕਦੀ ਸੰਭਾਵਨਾ ਹੋ ਸਕਦੀ ਹੈਗੀ ਆ ਤੇ ਹਾਰਟ ਦੀ ਪ੍ਰੋਬਲਮ ਦੀ ਗੱਲ ਕਰੀਏ ਤਾਂ 4 ਚੋਂ 1 ਵਿਅਕਤੀ ਹਾਰਟ ਦੀ ਪ੍ਰੋਬਲਮ ਨਾਲ ਡਾਇਗਨੋਸ ਜ਼ਰੂਰ ਹੋਵੇਗਾ ਆਪਣੇ ਲਾਈਫ ਟਾਈਮ ਦੇ ਵਿੱਚ। ਹੁਣ ਚਲੋ ਅਸੀਂ 2 ਚੀਜ਼ਾਂ ਦੀ ਗੱਲ ਕਰੀਏ, ਕੈਂਸਰ ਤੇ ਹਾਰਟ ਦੀ ਗੱਲ ਕਰੀਏ, ਅਗਰ ਬਹੁਤਾਤ ਜਨਤਾ ਜਾਂ ਜਨਸੰਖਿਆ ਇਹਦੇ ਵਿੱਚੋਂ ਦੀ ਗੁਜ਼ਰੇਗੀ ਤੇ ਇਹਦਾ ਮਤਲਬ ਕਿ ਉਹਨਾਂ ਦਾ ਬਹੁਤ ਵੱਡਮੁੱਲਾ ਸਮਾਂ ਕੰਮ ਕਰਨ ਦਾ ਵੀ ਖਤਮ ਹੋ ਜਾਵੇਗਾ। ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਵਰਕਰ ਸੇਫਟੀ ਜਿੱਥੇ ਉੱਥੋਂ ਮਤਲਬ ਕਿ ਆਪਣੇ ਇੰਪਲੋਇਮੈਂਟ ਤੋਂ ਸਾਨੂੰ ਕਵਰੇਜ ਮਿਲਦੀ ਹੈਗੀ ਆ, ਪਰ ਇਹ ਇੱਕ ਮਿਥ ਹੈਗਾ ਆ ਕਿ ਜਿੱਥੇ ਅਸੀਂ ਜਿਹੜੀ ਫੈਕਟਰੀ 'ਚ ਕੰਮ ਕਰਦੇ ਹਾਂ, ਜਿਹੜੇ ਆਫਿਸ 'ਚ ਕੰਮ ਕਰਦੇ ਹਾਂ, ਅਸੀਂ ਇੰਸ਼ੋਰਡ ਹੈਗੇ ਕਿਉਂਕਿ ਬਹੁਤ ਸਾਰੇ ਆਫਿਸਿਸ ਐਸੇ ਨੇ, ਬਹੁਤ ਸਾਰੀਆਂ ਇੰਡਸਟਰੀਜ਼ ਐਸੀਆਂ ਨੇ ਜਿਨ੍ਹਾਂ ਨੇ ਅਜੇ ਤੱਕ ਗਰੁੱਪ ਬੈਨੀਫਿਟਸ ਨੂੰ ਇਨਕਲੂਡ ਨਹੀਂ ਕੀਤਾ ਹੋਇਆ, ਇਨਕੋਰਪੋਰੇਟ ਨਹੀਂ ਕੀਤਾ। ਨੰਬਰ 1 ਸੈਕੰਡ ਇਹ ਚੀਜ਼ ਹੈਗੀ ਹੈ ਕਿ ਅਗਰ ਗਰੁੱਪ ਬੈਨੀਫਿਟਸ ਮਿਲ ਵੀ ਰਹੇ ਨੇ, ਯੂ ਆਰ ਨਾਟ ਸ਼ੋਰ ਕਿ ਉਹਦੇ ਵਿੱਚ ਗਰੁੱਪ ਬੈਨੀਫਿਟਸ ਦੇ ਵਿੱਚ ਲੌਂਗ ਟਰਮ ਜਾਂ ਸ਼ਾਰਟ ਟਰਮ ਡਿਸੇਬਿਲਿਟੀ ਹੈ ਵੀ ਹੈ ਕਿ ਨਹੀਂ ਹੈ। ਜੀ ਹਾਂ, EI ਕਿਉਂਕਿ ਮੈਂਡੇਟਰੀ ਹੈਗਾ, EI ਦੀ ਡਿਡਕਸ਼ਨਸ ਹੋਣੀਆਂ ਇੰਪਲੋਇਰ ਲਈ ਜ਼ਰੂਰੀ ਹੁੰਦਾ ਹੈ ਤੇ ਸਾਨੂੰ EI ਜ਼ਰੂਰ ਮਿਲ ਜਾਂਦੀ ਹੈਗੀ। ਲੇਕਿਨ ਅਗਰ ਕੋਈ ਡਿਸੇਬਿਲਿਟੀ ਮੈਕਸਿਮਮ ਜਿਵੇਂ EI 45 ਹਫ਼ਤਿਆਂ ਤੱਕ ਮੈਕਸਿਮਮ ਮਿਲ ਜਾਂਦੀ, ਹੁਣ 45 ਵੀਕਸ ਤੋਂ ਬਾਅਦ ਵੀ ਅਗਰ ਡਿਸੇਬਿਲਿਟੀ ਰਹਿੰਦੀ ਹੈਗੀ ਆ ਔਰ ਤੁਹਾਡੇ ਗਰੁੱਪ ਬੈਨੀਫਿਟਸ ਵਿੱਚ ਨਾ ਸ਼ਾਰਟ ਟਰਮ ਡਿਸੇਬਿਲਿਟੀ ਜਾਂ ਲੌਂਗ ਟਰਮ ਡਿਸੇਬਿਲਿਟੀ ਤਾਂ ਫਿਰ ਉਸ ਤੋਂ ਬਾਅਦ ਕੀ ਬਣੇਗਾ? ਸੋ
ਇੱਕ ਵਾਰ ਸਿਰਫ ਗਰੁੱਪ ਨੂੰ ਜੁਆਇਨ ਕਰ ਲੈਣਾ ਕਿ ਸਾਡੇ ਕੋਲ ਗਰੁੱਪ ਬੈਨੀਫਿਟਸ ਹੈਗੇ ਨੇ, ਪਰ ਬਹੁਤਾਤ ਵਿੱਚ ਜੋ ਦੇਖਿਆ ਗਿਆ ਹੈ ਕਿ ਗਰੁੱਪ ਬੈਨੀਫਿਟਸ ਨੂੰ ਪੜਿਆ ਨਹੀਂ ਜਾਂਦਾ ਹੈਗਾ। ਜੇ ਪੜਿਆ ਜਾਂਦਾ ਤਾਂ ਫਿਰ ਸਮਝਿਆ ਨਹੀਂ ਜਾਂਦਾ ਹੈਗਾ। ਅਸੀਂ ਆਮ ਤੌਰ ਤੇ ਐਡਵਾਈਜ਼ ਇਹ ਕਰਨੇ ਕਿ ਜਿਹੜਾ ਵੀ ਐਡਵਾਈਜ਼ਰ ਤੁਸੀਂ ਜਾਣਦੇ ਹੋ ਆਪਣੇ ਗਰੁੱਪ ਬੈਨੀਫਿਟਸ ਨੂੰ ਨਾਲ ਡਿਸਕਸ ਜ਼ਰੂਰ ਕਰੋ, ਕਿਉਂਕਿ ਜੇਕਰ ਤੁਸੀਂ ਤੁਹਾਡਾ HR ਡਿਪਾਰਟਮੈਂਟ ਤੁਹਾਨੂੰ ਅੱਛੀ ਤਰ੍ਹਾਂ ਸਮਝਾ ਸਕਦਾ ਹੈ ਤਾਂ ਬਹੁਤ ਵਧੀਆ। ਅਦਰਵਾਈਜ਼ ਅਗਰ ਕਿਸੇ ਵੀ ਐਡਵਾਈਜ਼ਰ ਨੂੰ ਤੁਸੀਂ ਜਾਣਦੇ ਹੋ ਤਾਂ ਡੈਫੀਨਿਟਲੀ ਉਹਨਾਂ ਨਾਲ ਡਿਸਕਸ ਕਰੋ ਕਿ ਮੇਰਾ ਇਹ ਗਰੁੱਪ ਬੈਨੀਫਿਟਸ ਹੈਗੇ ਆ, ਇਹਦੇ ਵਿੱਚ ਦੇਖੋ ਕਿ ਕਿਹੜੀ ਚੀਜ਼ ਕਿੰਨੀ ਕੁ ਮਿਲ ਸਕਦੀ ਹੈ ਔਰ ਕਿਹੜੀ ਚੀਜ਼ ਦੀ ਗੁੰਜਾਇਸ਼ ਅਜੇ ਬਾਕੀ ਹੈ। ਨੰਬਰ 1 ਸੈਕੰਡ ਇਹ ਚੀਜ਼ ਹੈ, ਅਗਰ ਅਸੀਂ EI ਦੇ ਬੈਨੀਫਿਟਸ ਦੀ ਗੱਲ ਕਰੀਏ, ਜਿੱਦਾਂ ਹੁਣ EI ਬੈਨੀਫਿਟਸ ਅਗਰ ਬੰਦਾ ਉਹ ਤੇ EI ਬੈਨੀਫਿਟ ਤੇ ਜਾਂਦਾ ਤਾਂ $638 ਮੈਕਸ ਉਹਨੂੰ ਵੀਕਲੀ ਮਿਲਦਾ ਹੈਗਾ। ਲੇਕਿਨ ਜੇ ਹੁਣ ਮੰਨ ਲਓ ਪਹਿਲੇ ਉਹਦਾ ਬਜਟ 8 ਜਾਂ 9 ਹਜ਼ਾਰ ਦੇ ਹਿਸਾਬ ਨਾਲ ਚੱਲਦਾ ਹੈਗਾ ਤਾਂ ਹੁਣ $638 ਅਗਰ ਹਫਤੇ ਦੇ ਮਿਲਦੇ ਆ ਤਾਂ ਉਹ ਬਜਟ ਦੇ ਅੱਧਾ ਵੀ ਨਹੀਂ ਪੁੱਛਦਾ ਹੈਗਾ। ਐਗਰੀ ਕਰੋਗੇ ਤੁਸੀਂ ਇਸ ਚੀਜ਼ ਨਾਲ? ਲੇਕਿਨ ਐਕਸਪੈਂਸਸ ਕਿਸ ਹਿਸਾਬ ਨਾਲ ਹੈਗੇ ਆ? ਐਕਸਪੈਂਸਸ 8000 ਜਾਂ 10000 ਦੀ ਆਮਦਨ ਦੇ ਮੁਤਾਬਕ ਹੈ। ਹੁਣ ਇੱਕ ਡਿਸੇਬਿਲਿਟੀ ਹੋਣ ਤੋਂ ਬਾਅਦ ਜਿਹੜਾ ਦੂਸਰਾ ਇੰਪੈਕਟ ਕੀ ਹੁੰਦਾ ਹੈਗਾ ਕਿ ਜਦੋਂ ਬੰਦਾ ਕੋਈ ਡਿਸੇਬਲ ਹੁੰਦਾ ਹੈਗਾ ਉਹ ਇਕੱਲਾ ਡਿਸੇਬਲ ਨਹੀਂ ਹੁੰਦਾ ਹੈਗਾ, ਉਹਦੇ ਫੈਮਿਲੀ ਮੈਂਬਰ ਵੀ ਇਫੈਕਟ ਹੁੰਦੇ ਨੇ। ਫॉर ਐਗਜ਼ਾਮਪਲ ਅਗਰ ਉਹਦੀ ਮਜਬੂਰੀ ਹੈਗੀ ਕਿ ਉੱਠ ਕੇ ਵਾਸ਼ਰੂਮ ਤੱਕ ਨਹੀਂ ਜਾ ਸਕਦਾ, ਇਟ ਮੀਨਸ देयर इज ਰਿਕੁਆਇਰਮੈਂਟ ਆਫ ਵਨ ਪਰਸਨ, ਜਾਂ ਤਾਂ ਘਰ ਦਾ ਮੈਂਬਰ ਹੈਗਾ ਜਿਹੜਾ ਕੰਮ ਛੱਡੇਗਾ ਜਾਂ ਤੁਸੀਂ ਕਿਸੇ ਨੂੰ ਸਪੋਰਟ ਲਈ ਰੱਖੋਗੇ ਜਿੱਥੇ ਖਰਚਾ ਹੋਵੇ। ਹੁਣ ਜੇ ਘਰ ਦਾ ਮੈਂਬਰ ਕੰਮ ਛੱਡਦਾ ਹੈਗਾ ਤਾਂ ਉਹਦੀ ਆਮਦਨ ਵੀ ਇੰਪੈਕਟ ਹੁੰਦੀ ਹੈ। ਤੁਹਾਡੀ ਆਮਦਨ ਤਾਂ ਰੁਕ ਗਈ ਕਿਉਂਕਿ ਤੁਸੀਂ ਡਿਸੇਬਲ ਹੋ ਗਏ, ਲੇਕਿਨ ਹੁਣ ਤੁਹਾਡਾ ਕੇਅਰ ਟੇਕਰ ਹੈਗਾ ਉਹ ਵੀ ਆਪਣਾ ਕੰਮ ਛੱਡ ਕੇ ਤੁਹਾਡੇ ਨਾਲ ਤੁਹਾਡੀ ਕੇਅਰ ਕਰਦਾ ਪਿਆ ਹੈਗਾ। ਇਟ ਮੀਨਸ ਕਿ ਡਬਲ ਲਾਸ ਹੋ ਗਿਆ। ਜਾਂ ਤੁਸੀਂ ਕਿਸੇ ਨੂੰ ਹਾਇਰ ਕੀਤਾ ਹੈਗਾ ਤਾਂ ਯੂ ਆਰ ਪੇਇੰਗ ਦੈਟ ਪਰਸਨ, ਆਮਦਨ ਖਤਮ ਹੋ ਗਈ ਲੇਕਿਨ ਯੂ ਆਰ ਪੇਇੰਗ ਦੈਟ। ਹੁਣ ਅਗਰ ਇਸ ਸਿਨੈਰੀਓ ਨੂੰ ਤੁਸੀਂ ਦੇਖਦੇ ਹੋ, ਠੀਕ ਹੈ, ਤੁਹਾਡੀ ਇੰਪਲੋਇਮੈਂਟ ਇੰਸ਼ੋਰੈਂਸ ਸੀਗੀ, ਤੁਹਾਨੂੰ 50% ਉਹਦਾ ਮਿਲ ਗਿਆ, EI ਦੇ ਵਿੱਚ 50% ਬੈਨੀਫਿਟ ਮਿਲ ਗਿਆ, ਲੇਕਿਨ ਉਹਦਾ ਹੋਇਆ ਕਿ ਤੁਹਾਡਾ ਸ਼ਾਇਦ ਕੇਅਰ ਟੇਕਰ ਦਾ ਖਰਚਾ ਹੀ ਪੂਰਾ ਹੋਵੇਗਾ, ਬਾਕੀ ਗਰੋਸਰੀ ਜਾਂ ਮਾਰਗੇਜ ਦੇ ਬਿੱਲ ਨਹੀਂ ਹੋ ਪਾਣਗੇ। ਸੋ ਅਗਰ ਅਸੀਂ ਇਹ ਲੈ ਕੇ ਚੱਲਦੇ ਹਾਂ ਕਿ ਕਈ ਵਾਰ ਕੀ ਹੁੰਦਾ ਹੈਗਾ ਕਿ ਸਾਨੂੰ ਆਮ ਤੌਰ ਤੇ ਕਹਿੰਦੇ ਨੇ ਸਾਡੀ ਇੰਸ਼ੋਰੈਂਸ ਹੋਈ ਹੈਗੀ ਆ, ਠੀਕ ਹੈ, ਜ਼ਰੂਰ ਹੋਈ ਹੈਗੀ ਆ, ਲੇਕਿਨ ਇੰਸ਼ੋਰੈਂਸ ਹੋਣਾ ਔਰ ਉਹਦਾ ਐਡਿਕੁਏਟ ਹੋਣਾ ਯਾਨੀ ਕਿ ਤੁਹਾਡੀ ਰਿਕੁਆਇਰਮੈਂਟ ਦੇ ਸਾਹਮਣੇ ਪੂਰਾ ਹੋਣਾ। ਕੱਲ ਨੂੰ ਡਿਸੇਬਲ ਹੁੰਦੇ ਆ ਤਾਂ ਸਾਡੇ ਖਰਚੇ ਪੂਰੇ ਹੁੰਦੇ ਆ ਕਿ ਨਹੀਂ ਹੁੰਦੇ, ਜਿਹੜੇ ਬਹੁਤ ਜ਼ਰੂਰੀ ਖਰਚੇ ਆ ਪੂਰੇ ਹੁੰਦੇ ਕਿ ਨਹੀਂ ਹੁੰਦੇ। ਜੇਕਰ ਉਹ ਖਰਚੇ ਪੂਰੇ ਨਹੀਂ ਹੁੰਦੇ ਤਾਂ ਫਿਰ ਉਸ ਡਿਸੇਬਿਲਿਟੀ ਪਾਲਿਸੀ ਨੇ ਤੁਹਾਨੂੰ ਕੁਝ ਜ਼ਿਆਦਾ ਬੈਨੀਫਿਟ ਨਹੀਂ ਦੇਣਾ। ਅਗਰ ਉਹ ਗੈਪ ਰਹਿ ਜਾਂਦਾ ਹੈਗਾ ਤਾਂ ਉਹ ਗੈਪ ਕਿੱਥੋਂ ਪੂਰਾ ਹੋਵੇਗਾ? ਜਦੋਂ WSIB ਦੀ ਗੱਲ ਹੁੰਦੀ ਆ ਤਾਂ ਜਦੋਂ ਤੁਸੀਂ ਕਹਿੰਦੇ ਹੋ ਕਿ ਇਹ ਇਨਫ ਨਹੀਂ ਹੈਗਾ ਤਾਂ ਉੱਥੇ ਦੂਜੇ ਪਾਸੇ ਜਦੋਂ ਅਸੀਂ ਇੱਕ ਇੰਡੀਵਿਜੂਅਲ ਡਿਸੇਬਿਲਿਟੀ ਇੰਸ਼ੋਰੈਂਸ ਲੈਂਦੇ ਆ, ਇਹਨਾਂ ਦੋਵਾਂ ਦਾ ਆਪਸ ਦੇ ਵਿੱਚ ਕੀ ਡਿਫਰੈਂਸ ਹੈਗਾ ਕਵਰੇਜ ਨੂੰ ਲੈ ਕੇ? ਜੇ ਮੈਂ ਖਾਸ ਤੌਰ ਤੇ ਗੱਲ ਕਰਾਂ, ਦੇਖੋ ਤਰਨ ਜੀ, ਜਦੋਂ ਅਸੀਂ WSIB ਦੀ ਗੱਲ ਕਰਦੇ ਹਾਂ, WSIB ਪਹਿਲੀ ਗੱਲ ਤਾਂ ਕੁਝ ਪਾਰਟਿਕੂਲਰ ਕਿੱਤੇ ਹੈਗੇ ਜਿੱਥੇ ਕਿ ਕੰਪਲਸਰੀ ਹੈਗੀ ਆ, ਬਾਕੀ ਸਾਰੀ ਜਗ੍ਹਾ ਆਪਸ਼ਨਲ ਹੈਗੀ। ਜਿੱਦਾਂ ਹੁਣ ਕੰਸਟਰਕਸ਼ਨ ਇੰਡਸਟਰੀ ਹੈਗੀ ਆ, ਰੈਸਟੋਰੈਂਟ ਇੰਡਸਟਰੀ ਹੈਗੀ ਆ ਜਾਂ ਟਰਾਂਸਪੋਰਟ ਇੰਡਸਟਰੀ ਹੈਗੀ ਜਿੱਥੇ ਕਿ ਇਹ ਕੰਪਲਸ਼ਨ ਆ ਜਾਂਦੀ ਹੈਗੀ। ਹਾਂ, ਸੇਲਸ ਫਾਰਮਿੰਗ ਦੇ ਵਿੱਚ ਵੀ ਇਹ ਚੀਜ਼ ਹੈਗੀ ਆ ਕਿ WSIB ਉੱਥੇ ਕਰ ਸਕਦੇ ਆ, ਲੇਕਿਨ ਬਾਕੀ ਸਾਰੀ ਜਗ੍ਹਾ ਆਪਸ਼ਨਲ ਹੈਗੀ ਆ। ਹੁਣ WSIB ਦੇ ਵਿੱਚ ਬੈਨੀਫਿਟ ਸਿਰਫ ਉਸ ਮੌਕੇ ਦਾ ਹੀ ਮਿਲੇਗਾ ਜਦੋਂ ਤੁਸੀਂ ਜੌਬ ਤੇ ਹੈਗੇ ਹੋ। ਜੇਕਰ ਤੁਸੀਂ ਜੌਬ ਤੋਂ ਛੱਡ ਚੁੱਕੇ ਹੋ, ਯਾਨੀ ਕਿ ਕੰਮ ਛੱਡ ਦਿੱਤਾ, ਅੱਜ ਤੁਹਾਡਾ ਆਫ ਹੋ ਗਿਆ, ਤੁਸੀਂ ਘਰ ਵਾਪਸ ਜਾ ਰਹੇ ਹੋ, ਯੂ ਆਰ ਨਾਟ ਕਵਰਡ ਫॉर दैट। ਘਰ ਦੇ ਵਿੱਚ ਅਗਰ ਕੋਈ ਡਿਸੇਬਿਲਿਟੀ ਦੀ, ਯੂ ਆਰ ਨਾਟ ਕਵਰਡ ਫॉर दैट। ਸਿਰਫ ਤੇ ਸਿਰਫ ਉਹ ਡਿਸੇਬਿਲਿਟੀ ਜਿਹੜੀ ਕੰਮ ਜਾਂ ਕੰਮ ਦੇ ਨਾਲ ਰਿਲੇਟਡ ਹੋਏਗੀ ਉਹੀ ਕਵਰ ਹੋਵੇਗੀ। ਪਹਿਲੀ ਗੱਲ ਤਾਂ ਇਹਨੂੰ ਡਿਫਾਈਨ ਕਰਨਾ ਕਈ ਵਾਰ ਬਹੁਤ ਮੁਸ਼ਕਲ ਹੋ ਜਾਂਦਾ ਹੈਗਾ ਕਿ ਤੁਸੀਂ ਉਸ ਵੇਲੇ ਕੰਮ ਤੇ ਸੀਗੇ ਕਿ ਨਹੀਂ ਸੀਗੇ, ਨੰਬਰ 1। ਸੈਕੰਡ, WSIB ਦੇ ਵਿੱਚ ਜਦੋਂ ਕਲੇਮ ਹੁੰਦਾ ਹੈਗਾ ਉਹ ਤੁਹਾਡੀ ਜਿਹੜੀ ਨੈਟ ਸੈਲਰੀ ਯਾਨੀ ਕਿ ਕੈਰੀ ਹੋਮ ਸੈਲਰੀ ਹੈਗੀ ਆ ਉਹਦਾ 85% ਤੱਕ ਮੈਕਸਿਮਮ ਕਲੇਮ ਮਿਲਦਾ ਹੈਗਾ। ਹੁਣ ਤੁਹਾਡੀ ਨੈਟ ਸੈਲਰੀ ਹੁੰਦੀ ਹੈਗੀ ਆ, ਤੁਹਾਡਾ ਇਨਕਮ ਟੈਕਸ ਕੱਟਣ ਤੋਂ ਬਾਅਦ, ਤੁਹਾਡੇ CPP ਬੈਨੀਫਿਟਸ ਕੱਟਣ ਤੋਂ ਬਾਅਦ, ਤੁਹਾਡੀ EI ਡਿਡਕਸ਼ਨਸ ਤੋਂ ਬਾਅਦ ਜਿਹੜੇ ਸਭ ਪੈਸੇ ਬਚਦੇ ਨੇ ਉਹਦਾ 85% ਮਿਲਦਾ ਹੈਗਾ। ਹੁਣ ਇਹਨੂੰ ਜਦੋਂ ਤੁਸੀਂ ਕੰਪੇਅਰ ਕਰਦੇ ਹੋ ਇੰਡੀਵਿਜੂਅਲ ਇੰਸ਼ੋਰੈਂਸ ਦੇ ਨਾਲ, ਤਾਂ ਇੰਡੀਵਿਜੂਅਲ ਇੰਸ਼ੋਰੈਂਸ ਨੂੰ 24 ਆਵਰਸ ਦੀ ਕਵਰੇਜ ਪਹਿਲੀ ਗੱਲ ਆਪਾਂ ਲੈ ਸਕਦੇ ਹੈਗੇ ਆ। ਸੈਕੰਡ ਹੈਗਾ ਕਿ ਆਕੂਪੇਸ਼ਨ ਜਾਂ ਨਾਨ ਆਕੂਪੇਸ਼ਨ ਦਾ ਕੋਈ ਫਰਕ ਨਹੀਂ ਹੈਗਾ। ਅਗਰ ਉਹ ਡਿਸੇਬਿਲਿਟੀ ਘਰ ਹੀ ਹੁੰਦੀ ਹੈਗੀ ਆ ਤਦ ਵੀ ਕਵਰਡ ਹੈਗੇ, ਉਹ ਕੰਮ ਤੇ ਹੁੰਦੀ ਹੈ ਤਦ ਵੀ ਕਵਰਡ ਹੈਗੇ। ਦੂਸਰੀ ਗੱਲ ਇਹ ਹੈਗੀ ਕਿ ਜਿਹੜੇ ਉਹਦੇ ਬੈਨੀਫਿਟਸ ਹੈਗੇ ਨੇ ਜਿਹੜੀ ਦੋ ਤਰੀਕੇ ਨਾਲ ਲਏ ਜਾਂਦੇ ਨੇ। ਜੇ ਸੈਲਫ ਇੰਪਲੋਇਡ ਹੈਗਾ ਤਾਂ ਉਹਨਾਂ ਦੀ ਗ੍ਰੋਸ ਇਨਕਮ ਨੂੰ ਵੀ ਲੈ ਲਿਆ ਜਾਂਦਾ ਹੈਗਾ ਉਹਦੇ ਮੁਤਾਬਕ ਉਹਨੂੰ, ਕਿਉਂਕਿ ਅਕਸਰ ਆਪਾਂ ਦੇਖਦੇ ਹਾਂ ਕਿ ਜਦੋਂ ਆਪਣੇ ਡਰਾਈਵਰ ਸਾਥੀ ਹੀ ਹੈਗੇ ਨੇ, ਹੁਣ ਉਹਨਾਂ ਦੀ ਗ੍ਰੋਸ ਇਨਕਮ ਤੇ ਨੈਟ ਇਨਕਮ ਦੇ ਵਿੱਚ ਫਰਕ ਹੈਗਾ। ਜੇ WSIB ਦੀ ਡੈਫੀਨੇਸ਼ਨ ਨਾਲ ਚੱਲਾਂਗੇ ਤਾਂ ਉਹਨਾਂ ਨੇ ਨੈਟ ਇਨਕਮ ਦਾ ਹੀ ਲੈਣਾ ਹੈਗਾ, ਲੇਕਿਨ ਅਗਰ ਇੰਡੀਵਿਜੂਅਲ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਉੱਥੇ ਤੁਸੀਂ ਗ੍ਰੋਸ ਇਨਕਮ ਦਾ 20% ਕੈਲਕੂਲੇਟ ਕਰ ਸਕਦੇ ਹੋ, ਯਾਨੀ ਕਿ ਗ੍ਰੋਸ ਇਨਕਮ ਜਿਹੜੀ ਹੈਗੀ ਉਹਦਾ ਹਾਫ ਕਰਕੇ ਉਹਦਾ 75 to 85% ਆਪਾਂ ਨੂੰ ਕਲੇਮ ਮਿਲ ਜਾਂਦਾ ਹੈ। ਸੋ ਅਗਰ ਉਹ ਦੇਖਿਆ ਜਾਵੇ ਤਾਂ WSIB ਦੇ ਨਾਲ ਕੰਪੈਰੀਜ਼ਨ ਕਰੀਏ ਤਾਂ ਇੰਡੀਵਿਜੂਅਲ ਇੰਸ਼ੋਰੈਂਸ ਕਈ ਵਾਰ ਜ਼ਿਆਦਾ ਬੈਨੀਫਿਟ ਦੇ ਜਾਂਦੀ ਹੈਗੀ ਹੈ। ਫਿਰ ਦੂਸਰੀ ਗੱਲ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 24 ਆਵਰਸ ਦੀ ਕਵਰੇਜ ਹੈਗੀ, ਡਜ਼ਨਟ ਮੈਟਰ ਕਿ ਉਹ ਇੰਜਰੀ ਜਾਂ ਉਹ ਡਿਸੇਬਿਲਿਟੀ ਕਿੱਥੇ ਹੁੰਦੀ ਹੈਗੀ ਆ। ਹੁਣ ਅਗਰ ਅਸੀਂ ਕੰਮ ਤੋਂ ਵਾਪਸ ਆ ਰਹੇ ਹਾਂ, ਰੋਡ ਐਕਸੀਡੈਂਟ 'ਚ ਇਨਵੋਲਵ ਹੋ ਜਾਂਦੇ ਹਾਂ, ਉਸ ਤੋਂ ਬਾਅਦ ਅਗਰ ਕੋਈ ਇੰਜਰੀ ਹੁੰਦੀ ਆ, ਅਸੀਂ ਡਿਸੇਬਲ ਹੋ ਜਾਂਦੇ ਹਾਂ ਤਾਂ WSIB ਦੇ ਦਾਇਰੇ ਤੋਂ ਬਾਹਰ ਹੋ ਗਏ। ਬੇਸ਼ੱਕ ਅਸੀਂ ਕੰਮ ਲਈ ਹੀ ਜਾ ਰਹੇ ਸੀ ਔਰ ਕੰਮ ਤੋਂ ਹੀ ਆ ਰਹੇ ਸੀ ਅਸੀਂ,
ਲੇਕਿਨ ਅਸੀਂ ਉਹਨੂੰ ਕੰਮ ਦੇ ਨਾਲ ਰਿਲੇਟ ਨਹੀਂ ਕਰ ਰਹੇ ਬਿਕੋਜ਼ ਵੀ ਆਰ ਨਾਟ ਵਰਕਿੰਗ ਐਟ ਦੈਟ ਟਾਈਮ। ਲੇਕਿਨ ਜਿੱਥੇ ਇੰਡੀਵਿਜੂਅਲ ਇੰਸ਼ੋਰੈਂਸ ਦੀ ਗੱਲ ਹੈ ਕਿ ਇੰਡੀਵਿਜੂਅਲ ਇੰਸ਼ੋਰੈਂਸ ਦੇ ਵਿੱਚ ਤਾਂ ਅਸੀਂ ਹਰ ਵੇਲੇ ਹੀ ਕਵਰਡ ਹੈਗੇ ਹਾਂ ਜੇ ਅਸੀਂ ਮਤਲਬ ਉਹਨੂੰ ਚਾਹੇ ਟਰੈਵਲ ਕਰ ਰਹੇ ਚਾਹੇ ਘਰੇ ਕਿਸੇ ਵੀ ਜਗ੍ਹਾ ਤੇ। ਕਈ ਵਾਰ ਅਸੀਂ ਇਹ ਸੁਜੈਸਟ ਕਰਦੇ ਹੁੰਦੇ ਕਿ ਅਗਰ ਤੁਸੀਂ WSIB ਦਾ ਆਲਰੇਡੀ ਤੁਸੀਂ ਕਰ ਰਹੇ ਹੋ ਕਿਉਂਕਿ WSIB ਦਾ ਜਿਹੜਾ ਪ੍ਰੀਮੀਅਮ ਹੈਗਾ ਦੈਟ ਇਜ਼ ਪੇਡ ਬਾਈ ਦਾ EMPLOYER, ਤੁਹਾਡੀ ਜੇਬ ਚੋਂ ਕਦੀ ਵੀ ਨਹੀਂ ਜਾਏਗਾ। ਔਰ ਕਈ ਵਾਰ ਦੇਖਿਆ ਜਾਂਦਾ ਹੈਗਾ ਕਿ EMPLOYER ਤੁਹਾਡੇ ਤੋਂ ਚਾਰਜ ਕਰਦੇ ਨੇ ਵਿਚ ਇਜ਼ ਨਾਟ ਰਾਈਟ। EMPLOYER ਤੁਹਾਡੇ ਤੋਂ WSIB ਦਾ ਪ੍ਰੀਮੀਅਮ ਨਹੀਂ ਚਾਰਜ ਕਰ ਸਕਦੇ, ਉਹ ਉਹਨਾਂ ਦੀ ਹੀ ਕਹਿ ਲਓ ਰਿਸਪੌਂਸਿਬਿਲਿਟੀ ਹੈਗੀ ਹੈ। ਤੁਹਾਡੇ ਕੋਲ WSIB ਦਾ ਕਵਰੇਜ ਹੈਗਾ, ਤੁਸੀਂ ਕਹਿੰਦੇ ਹੋ ਕਿ ਆਈ ਹੈਵ ਸਫੀਸ਼ੀਐਂਟ ਕਵਰੇਜ, ਲੇਕਿਨ ਮੈਂ ਕੰਮ ਤੋਂ ਬਾਅਦ ਦਾ ਕਵਰੇਜ ਚਾਹਨੀ ਹੈਗੀ ਹੈ ਤਾਂ ਡੈਫੀਨਿਟਲੀ ਯੂ ਕੈਨ ਹੈਵ ਦੈਟ ਪਾਲਿਸੀ ਐਜ਼ ਅ ਇੰਡੀਵਿਜੂਅਲ ਪਾਲਿਸੀ ਕਿ ਤੁਸੀਂ ਜਦ ਤੱਕ ਕੰਮ ਤੇ ਹੈਗੇ ਹੋ WSIB ਕਵਰ ਕਰੇਗੀ, ਜਦੋਂ ਤੁਸੀਂ ਕੰਮ ਤੋਂ ਬਾਹਰ ਆ ਗਏ ਤਾਂ ਤੁਹਾਡੀ ਇੰਡੀਵਿਜੂਅਲ ਪਾਲਿਸੀ ਤੁਹਾਨੂੰ ਕਵਰ ਕਰੇਗੀ। ਸੋ ਬਲਕਿ ਜੇ ਤੁਸੀਂ ਕਾਸਟ ਉਹਦੀ ਘਟਾਣੀ ਹੈਗੀ ਕਿਉਂਕਿ WSIB ਦਾ ਤੁਹਾਡਾ EMPLOYER ਪੇ ਕਰ ਰਿਹਾ ਹੈਗਾ, ਤੁਸੀਂ ਕਵਰਡ ਹੈਗੇ ਤਾਂ ਉਹ 8 ਜਾਂ 10 ਘੰਟੇ ਤੁਸੀਂ EMPLOYER ਦੇ ਉੱਤੇ ਪਏ ਰਹਿਣ ਦਿਓ, ਬਾਕੀ ਜਿਹੜੇ 14 ਘੰਟੇ ਅਗਰ ਬਚਦੇ ਨੇ ਤਾਂ ਤੁਸੀਂ ਉਹਦੀ ਆਪਣੀ ਪਾਲਿਸੀ ਲੈ ਸਕਦੇ ਹੋ ਜਿਹਨੂੰ ਅਸੀਂ ਨੌਨ ਆਫ ਪਾਲਿਸੀ ਕਹਿੰਦੇ ਹਾਂ। ਆਮ ਤੌਰ ਤੇ ਸੁਣਨ ਚਾਹੁੰਦਾ ਕਹਿੰਦੇ ਇੰਸ਼ੋਰੈਂਸ ਨੂੰ ਲੈ ਕੇ ਬਹੁਤ ਜ਼ਿਆਦਾ ਝਮੇਲੇ ਹੁੰਦੇ ਨੇ, ਖਾਸ ਤੌਰ ਤੇ ਜਦੋਂ ਚਾਹੇ WSIB ਦੀ ਗੱਲ ਕਰੀਏ, ਜਦੋਂ ਇਹਦਾ ਕਲੇਮ ਲੈਣਾ ਹੁੰਦਾ ਉਦੋਂ EMPLOYE ਤੇ EMPLOYER ਦਾ ਕੋਰਟ ਤੱਕ ਤਾਂ ਮੈਟਰ ਪਹੁੰਚ ਜਾਂਦਾ ਆ। ਤੇ ਜੇ ਡਿਸੇਬਿਲਿਟੀ ਇੰਸ਼ੋਰੈਂਸ ਦੀ ਗੱਲ ਕਰੀਏ ਕਿ ਇਹਦੇ ਵਿੱਚ ਵੀ ਕੋਈ ਅਜਿਹਾ ਸਿਸਟਮ ਹੋ ਸਕਦਾ ਕਿ ਇਹਨਾਂ ਸਾਰੇ ਪੇਚਾਂ ਤੋਂ ਬਚਿਆ ਜਾ ਸਕਦਾ ਆ? ਦੇਖੋ ਜਿਹੜੀ ਕੋਰਟ ਕਚਹਿਰੀਆਂ ਦੀ ਗੱਲ ਹੈਗੀ ਆ ਉਹ ਇੱਕ ਬਹੁਤ ਕੁਝ ਡਿਪੈਂਡ ਕਰਦਾ ਕਿ ਜਿਹੜਾ ਕਲੇਮੈਂਟ ਹੈਗਾ ਉਹ ਆਪਣੇ ਕਲੇਮ ਦੇ ਵਿੱਚ ਕਿੰਨਾ ਸੱਚਾ ਹੈਗਾ। ਅਗਰ ਕਿਉਂਕਿ ਜਿਸ ਕੰਪਨੀ ਨੇ ਜਾਂ WSIB ਨੇ ਜਦੋਂ ਕਲੇਮ ਦੇਣਾ ਹੈਗਾ ਤਾਂ ਡੈਫੀਨਿਟਲੀ ਉਹਨਾਂ ਨੇ ਇੱਕ ਚੀਜ਼ ਨੂੰ ਜ਼ਰੂਰ ਵਾਚ ਕਰਨਾ ਹੈ ਕਿ ਕੀ ਇਹ ਕਲੇਮ ਜੈਨੂਇਨ ਹੈ ਕਿ ਨਹੀਂ ਹੈ। ਹਾਂ, ਇੱਕ ਕ੍ਰਾਈਟੇਰੀਆ ਇਹ ਹੋ ਸਕਦਾ ਹੈਗਾ ਕਿ ਇੰਡੀਵਿਜੂਅਲ ਇੰਸ਼ੋਰੈਂਸ ਔਰ WSIB ਦੇਖੋ ਕਿ WSIB ਇੰਸ਼ੋਰੈਂਸ ਦੇ ਵਿੱਚ ਜਦੋਂ ਕਲੇਮ ਹੁੰਦਾ ਹੈਗਾ ਤੇ ਉਹਨਾਂ ਦੇ ਹੀ ਡਾਕਟਰ ਜਿਹੜੇ ਉਹਨਾਂ ਦੇ ਪੈਨਲ ਦੇ ਡਾਕਟਰ ਹੈ ਉਹ ਡਿਸਾਈਡ ਕਰਦੇ ਨੇ ਕਿ ਵੈਦਰ ਯੂ ਆਰ ਡਿਸੇਬਲ ਔਰ ਨਾਟ। ਤੇ ਇੱਥੇ ਜਿਹੜਾ ਇੰਡੀਵਿਜੂਅਲ ਹੈਗਾ ਆ ਉਹਦੇ ਵਿੱਚ ਤੁਹਾਡਾ ਫੈਮਿਲੀ ਡਾਕਟਰ ਇਹ ਡਿਸਾਈਡ ਕਰਦਾ ਹੈਗਾ ਕਿ ਤੁਸੀਂ ਡਿਸੇਬਲ ਹੈਗੇ ਹੋ ਕਿ ਨਹੀਂ ਹੈਗੇ। ਸੋ ਵਾਟ ਹੈਪਨਸ ਇਜ਼ ਕਿ ਜਦੋਂ ਜੇ ਅਸੀਂ ਇੱਕ ਨਾਰਮਲ ਇੱਕ ਗੱਲ ਕਰੀਏ ਕਿ ਜਿਹੜੇ ਬੰਦੇ ਨੇ ਕਲੇਮ ਦੇਣਾ ਹੈ ਅਗਰ ਉਹਦੇ ਆਪਣੇ ਹੀ ਡਾਕਟਰ ਡਿਸਾਈਡ ਕਰਨਗੇ ਕਿ ਇਹ ਕਲੇਮ ਦੇਣਾ ਕਿ ਨਹੀਂ ਦੇਣਾ ਤਾਂ ਹੋ ਸਕਦਾ ਕਿ ਉਹ ਕਲੇਮ ਨਾ ਦੇਣ ਦੇ ਵਿੱਚ ਜ਼ਿਆਦਾ ਇੰਟਰਸਟਿਡ ਹੋਣ। ਤੇ ਜਿੱਥੇ ਤੁਹਾਡਾ ਫੈਮਿਲੀ ਡਾਕਟਰ ਹੈਗਾ ਉਹਨੂੰ ਉਸ ਕਲੇਮ ਨਾਲ ਕੋਈ ਮਤਲਬ ਨਹੀਂ ਹੈਗਾ, ਉਹਨੇ ਤਾਂ ਤੁਹਾਡੀ ਕੰਡੀਸ਼ਨ ਵੇਖਣੀ। ਜੇ ਤੁਸੀਂ ਕਹੋਗੇ ਕਿ ਆਈ ਐਮ ਨਾਟ ਏਬਲ ਟੂ ਵਰਕ, ਆਈ ਐਮ ਨਾਟ ਫਿਟ ਟੂ ਵਰਕ, ਅਗਰ ਉਹ ਡਾਇਗਨੋਸ ਕਰ ਲੈਂਦਾ ਕਿ ਯੈਸ ਡੈਫੀਨਿਟਲੀ ਯੂ ਆਰ ਨਾਟ ਫਿਟ ਟੂ ਵਰਕ, ਉਹ ਇਹ ਤਾਂ ਮਤਲਬ ਕਿ ਤੁਹਾਨੂੰ ਕਹਿ ਦੇਗਾ ਕਿ ਯੈਸ ਯੂ ਨੀਡ ਮੋਰ ਰੈਸਟ ਫॉर दैट, ਵੀ ਤੁਸੀਂ ਹੋਰ ਆਰਾਮ ਕਰ ਲਓ, ਕੋਈ ਗੱਲ ਨਹੀਂ। ਲੇਕਿਨ WSIB ਮਾਈਟ ਵੀ ਅਗਰ ਉਹਨਾਂ ਨੇ ਬਿਕੋਜ਼ ਦੇ ਆਰ ਦਾ ਪੇਅਰ, ਅਗਰ ਉਹਨਾਂ ਦੇ ਆਪਣੇ ਡਾਕਟਰਸ ਹੈਗੇ ਤਾਂ ਉਹ ਇਸ ਚੀਜ਼ ਨੂੰ ਹੋ ਸਕਦਾ ਕਿ ਇਸ ਤਰੀਕੇ ਨਾਲ ਲੈਣ ਵੀ ਨਹੀਂ ਯੂ ਆਰ ਏਬਲ ਟੂ ਵਰਕ ਸੋ ਜੁਆਇਨ ਦਾ ਵਰਕ। ਔਰ ਕਈ ਵਾਰ ਕੀ ਹੁੰਦਾ ਹੈਗਾ ਕਿ ਜਿਹੜਾ EMPLOYER ਹੈਗਾ ਉਹਦਾ ਵੀ ਇੰਟਰਸਟ ਇਹ ਹੁੰਦਾ ਹੈਗਾ ਕਿ ਉਹ ਕਲੇਮ ਘੱਟ ਤੋਂ ਘੱਟ ਪੇ ਹੋਣ ਕਿਉਂਕਿ ਪ੍ਰੀਮੀਅਮ ਦਾ ਜਿਹੜਾ ਰਿਸਪੌਂਸਿਬਿਲਿਟੀ ਹੈ ਉਹ ਉਹਦੇ ਤੇ ਆ ਜਾਣੀ ਹੈ। ਅਗਰ ਕਲੇਮ ਹੁੰਦਾ ਹੈ ਤਾਂ ਅਗਲੇ ਸਾਲ ਉਹ ਕਲੇਮ ਜਿਹੜਾ ਹੈਗਾ ਪ੍ਰੀਮੀਅਮ ਨੂੰ ਵਧਾ ਦਿੰਦਾ ਹੈ, ਜਿਹੜਾ ਜਿਸ ਦਾ ਭਾਰ ਫਿਰ ਦੁਬਾਰਾ EMPLOYER ਤੇ ਪਵੇਗਾ ਤੇ EMPLOYER ਮੋਸਟਲੀ ਇਹੀ ਇਨਕਰੇਜ ਕਰਦੇ ਨੇ ਕਿ WSIB ਦੇ ਹੇਠਾਂ ਕਲੇਮ ਨਾ ਹੋਵੇ। ਬਿਲਕੁਲ, ਜਦੋਂ ਆਪਾਂ ਡਿਸੇਬਿਲਿਟੀ ਕਲੇਮ ਕਰਦੇ ਹਾਂ ਕਿ ਇਹਦੇ ਵਿੱਚ ਜਦੋਂ WSIB ਕਲੇਮ ਕਰਦੇ ਹਾਂ ਜਾਂ ਇਸ ਤੋਂ ਬਾਅਦ ਅਸੀਂ ਡਿਸੇਬਿਲਿਟੀ ਇੰਸ਼ੋਰੈਂਸ ਕਲੇਮ ਕਰਦੇ ਹਾਂ, ਦੋਵਾਂ ਨੂੰ ਇਕੱਠਿਆਂ ਕੀਤਾ ਜਾ ਸਕਦਾ ਹੈ, ਦੋਵਾਂ ਦਾ ਬੈਨੀਫਿਟ ਲਿਆ ਜਾ ਸਕਦਾ ਹੈ ਜਾਂ ਇਹਦੇ ਵਿੱਚ ਵੀ ਕੋਈ ਡਿਫਰੈਂਟ ਕ੍ਰਾਈਟੇਰੀਆ ਹੁੰਦਾ ਹੈ? ਤਰੁਣ ਜੀ, ਜਿਹੜਾ ਡਿਸੇਬਿਲਿਟੀ ਇੰਸ਼ੋਰੈਂਸ ਦਾ ਕਲੇਮ ਹੈਗਾ ਉਹਦਾ ਬੇਸਿਕਲੀ ਮਤਲਬ ਸਿਰਫ ਇਹ ਹੈਗਾ ਕਿ ਤੁਹਾਡੀ ਇਨਕਮ ਨੂੰ ਰਿਪਲੇਸ ਕਰਨਾ, ਨਾ ਕਿ ਤੁਹਾਨੂੰ ਕਿਸੇ ਵੀ ਹਿਸਾਬ ਦੇ ਨਾਲ ਅਮੀਰ ਕਰਨਾ। ਅਮੀਰ ਇਨ ਦਾ ਸੈਂਸ ਕਿ ਇਹ ਵੀ ਨਹੀਂ ਹੈਗਾ ਕਿ ਜਿੰਨੀ ਤੁਸੀਂ ਆਮਦਨ ਪਹਿਲੇ ਕਮਾ ਰਹੇ ਸੀ ਤਾਂ ਹੁਣ ਵੀ ਤੁਸੀਂ ਉਨੇ ਹੀ ਕਮਾਓ ਡਿਸੇਬਿਲਿਟੀ ਕਲੇਮ ਤੋਂ ਬਾਅਦ। ਕਿਉਂਕਿ ਮੰਨ ਲਓ ਇੱਕ ਵਿਅਕਤੀ ਅਗਰ $8,000 ਮਹੀਨੇ ਦਾ ਕਮਾ ਰਿਹਾ ਹੈ ਔਰ ਉਹਨੂੰ ਡਿਸੇਬਿਲਿਟੀ ਕਲੇਮ ਵੀ 8,000 ਮਿਲਦਾ ਪਿਆ ਤਾਂ ਕੀ ਉਹ ਕੰਮ ਕਰਨਾ ਚਾਹੇਗਾ? ਉਹ ਕਦੀ ਵੀ ਕੰਮ ਨਹੀਂ ਕਰਨਾ ਚਾਹੇਗਾ। ਇਸ ਕਰਕੇ ਡਿਸੇਬਿਲਿਟੀ ਕਲੇਮ ਹਮੇਸ਼ਾ ਹੀ ਘੱਟ ਹੋਵੇਗਾ, ਇਸ ਕਰਕੇ ਤਾਂ ਕਿ ਕੰਮ ਕਰਨ ਦੀ ਇਨਸੈਂਟਿਵ ਬਣਿਆ ਰਹੇ, ਉਹਨੂੰ ਇਹ ਲੋੜ ਮਹਿਸੂਸ ਹੁੰਦੀ ਰਹੇ ਕਿ ਹਾਂ ਵੀ ਮੈਨੂੰ ਕੰਮ ਕਰਨਾ ਪਵੇਗਾ, ਨਹੀਂ ਤਾਂ ਇਹ 6,000 ਜਾਂ 5,000 ਨਾਲ ਮੇਰਾ ਗੁਜ਼ਾਰਾ ਨਹੀਂ ਹੁੰਦਾ। ਮੰਨ ਲਓ WSIB ਹੈ ਜਾਂ ਇੰਡੀਵਿਜੂਅਲ ਇੰਸ਼ੋਰੈਂਸ ਹੈ, ਉਹਦੇ ਵਿੱਚ ਜਿਹੜੇ ਇਹ ਬੈਨੀਫਿਟਸ ਹੈਗੇ ਨੇ ਇਹਨਾਂ ਨੂੰ ਇੰਟੀਗ੍ਰੇਟ ਕੀਤਾ ਜਾਂਦਾ ਹੈਗਾ ਕਿ ਤੁਹਾਡੇ ਦੋਨੋਂ ਬੈਨੀਫਿਟਸ ਮਿਲਾ ਕੇ ਕਿਸੇ ਵੀ ਹਿਸਾਬ ਨਾਲ ਤੁਹਾਡੀ ਆਮਦਨ ਦਾ 65 ਜਾਂ 75% ਤੋਂ ਜ਼ਿਆਦਾ ਨਾ ਹੋਵੇ। ਜੇਕਰ ਇੱਕ ਬੈਨੀਫਿਟ ਅਗਰ ਐਡੂਕੇਟ ਹੈਗਾ WSIB ਤੋਂ ਤੁਹਾਨੂੰ ਉਨੀ ਕਵਰੇਜ ਮਿਲਦੀ ਪਈ ਹੈ ਤਾਂ ਫਿਰ ਤੁਹਾਡੀ ਇੰਡੀਵਿਜੂਅਲ ਇੰਸ਼ੋਰੈਂਸ ਜਿਹੜੀ ਹੈਗੀ ਆ ਉਹ ਕਲੇਮ ਨਹੀਂ ਦੇਵੇਗੀ। ਹੁਣ ਇਹਦੇ ਵਿੱਚ ਸਵਾਲ ਇਹ ਵੀ ਹੈਗਾ ਕਿ ਜੇ ਫਿਰ ਮੈਨੂੰ WSIB ਦਾ ਕਵਰੇਜ ਹੈਗੀ ਹੈ ਤਾਂ ਵਾਈ ਸ਼ੁੱਡ ਆਈ ਪੇ ਫॉर ਇੰਡੀਵਿਜੂਅਲ ਇੰਸ਼ੋਰੈਂਸ। ਹੁਣ ਉਹਦੇ ਵਿੱਚ ਇਹ ਹੈਗਾ ਕਿ ਇਹ ਹੋ ਸਕਦਾ ਕਿ WSIB ਜਿੱਦਾਂ ਮੈਂ ਗੱਲ ਕੀਤੀ ਹੈ ਕਿ ਉਹ ਕੁਝ ਸਮੇਂ ਤੱਕ ਕਲੇਮ ਦੇ ਕੇ ਬੰਦ ਕਰ ਦੇਵੇ, ਲੇਕਿਨ ਉਹ ਡਿਸੇਬਿਲਿਟੀ ਅਜੇ ਵੀ ਹੈ ਔਰ ਤੁਹਾਡੀ ਇੰਡੀਵਿਜੂਅਲ ਪਾਲਿਸੀ ਹੋ ਸਕਦਾ ਉਸ ਕਲੇਮ ਨੂੰ ਪੇ ਕਰਨਾ ਉਸ ਤੋਂ ਬਾਅਦ ਸ਼ੁਰੂ ਕਰ ਦੇਵੇ। ਜਾਂ ਫਿਰ EI ਜਿੱਦਾਂ ਮੈਂ ਤੁਹਾਨੂੰ ਕਿਹਾ ਕਿ EI $638 ਬਣਦੀ ਹੈਗੀ ਹੈ ਪਰ ਵੀਕ, ਪਰ ਤੁਹਾਡੀ ਇਨਕਮ ਦੇ ਹਿਸਾਬ ਨਾਲ ਤੁਹਾਡਾ ਜਿਹੜੀ ਐਲੀਜੀਬਿਲਿਟੀ ਹੈਗੀ ਉਸ ਤੋਂ ਜ਼ਿਆਦਾ ਬਣਦੀ ਹੈਗੀ ਹੈ ਤੇ ਫਿਰ ਜਿੰਨੀ EI ਨੇ ਪੈਸੇ ਦੇਣੇ ਉਹਨੇ ਤੁਹਾਨੂੰ EI ਦੇਵੇਗੀ, ਉਸ ਤੋਂ ਉੱਪਰਲੀ ਰਕਮ ਜਿਹੜੀ ਹੈਗੀ ਤੁਹਾਡੀ ਇੰਡੀਵਿਜੂਅਲ ਇੰਸ਼ੋਰੈਂਸ ਤੁਹਾਨੂੰ ਦੇ ਦੇਗੀ। ਸੋ ਬੇਸਿਕ ਮੁੱਦਾ ਇਹ ਹੈਗਾ ਕਿ ਦੈਟ ਸ਼ੁੱਡ ਨਾਟ ਜਿਹੜਾ ਕਲੇਮ ਹੈਗਾ ਤੁਹਾਡੇ 60 ਜਾਂ 70% ਜਾਂ ਮਤਲਬ 65 ਜਾਂ 75% ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਲੇਕਿਨ ਅਗਰ ਉਸ ਤੋਂ ਪਹਿਲਾਂ
EI ਅਗਰ ਸਰ ਤੁਹਾਡੀ 50% ਬਣਦੀ ਹੈ ਤਾਂ ਇਟ ਮੀਨਸ 15% ਦਾ ਗੈਪ ਤੁਹਾਡੀ ਇੰਡੀਵਿਜੂਅਲ ਇੰਸ਼ੋਰੈਂਸ ਨੂੰ ਪੂਰਾ ਕਰ ਸਕਦੀ ਹੈ। ਕੀ ਇਹ ਜਦੋਂ ਆਪਾਂ ਕਲੇਮ ਕਰਦੇ ਹਾਂ ਇਹ ਸਾਡੀ ਟੈਕਸੇਬਲ ਇਨਕਮ ਅਕਾਊਂਟ ਹੁੰਦੀ ਹੈ, ਜੇ ਹੁੰਦੀ ਹੈ ਤਾਂ ਕਿਸ ਤਰੀਕੇ ਨਾਲ ਫਿਰ ਇਹਨੂੰ ਕੀਤਾ ਜਾਂਦਾ ਆ? ਓਕੇ, ਡਿਫਰੈਂਟ ਕਲੇਮਸ ਜਿਹੜੇ ਹੈਗੇ ਨੇ, ਡਿਫਰੈਂਟ ਕਲੇਮਸ ਨੂੰ ਡਿਫਰੈਂਟ ਟੈਕਸੇਬਲ ਧਾਰਾ ਲੱਗਦੀ ਹੈ। ਜਿੱਦਾਂ ਹੁਣ EI ਹੈਗੀ ਹੈ, EI ਦੇ ਵਿੱਚ ਜਿੰਨੀ ਵੀ ਰਕਮ ਮਿਲਦੀ ਹੈ ਉਹ ਟੈਕਸੇਬਲ ਹੈਗੀ ਹੈ। ਓਕੇ। WSIB ਦੇ ਵਿੱਚ ਜਿਹੜੀ ਰਕਮ ਮਿਲਦੀ ਹੈ ਉਹ ਨਾਨ ਟੈਕਸੇਬਲ ਹੈਗੀ ਹੈ। ਇਦਾਂ ਸ਼ਾਰਟ ਟਰਮ ਡਿਸੇਬਿਲਿਟੀ ਹੈਗੀ ਆ ਉਹ ਟੈਕਸੇਬਲ ਹੈਗੀ ਆ, ਲੌਂਗ ਟਰਮ ਡਿਸੇਬਿਲਿਟੀ ਜਿਹੜੀ ਆ ਉਹ ਨਾਨ ਟੈਕਸੇਬਲ ਹੈਗੀ ਆ, ਤੇ ਜਿਹੜੀ ਇੰਡੀਵਿਜੂਅਲ ਇੰਸ਼ੋਰੈਂਸ ਹੈਗੀ ਆ ਉਹ ਵੀ ਨਾਨ ਟੈਕਸੇਬਲ ਹੈਗੀ ਆ। ਇੱਕ CPP ਦੇ ਨਾਲ ਡਿਸੇਬਿਲਿਟੀ ਹੁੰਦੀ ਹੈਗੀ ਆ, ਉਹ ਵੀ ਟੈਕਸੇਬਲ ਹੈ। ਹੁਣ ਇਹਦੇ ਵਿੱਚ ਇੱਕ ਸਿੰਪਲ ਫਾਰਮੂਲਾ ਹੈ, ਜਿਸ ਵੀ ਡਿਸੇਬਿਲਿਟੀ ਦਾ ਪ੍ਰੀਮੀਅਮ ਤੁਹਾਡੀ ਪਾਕਟ ਚੋਂ ਗਿਆ ਹੈਗਾ ਔਰ ਤੁਸੀਂ ਉਹ ਆਫਟਰ ਟੈਕਸ ਡਾਲਰ ਦੇ ਵਿੱਚੋਂ ਦਿੱਤਾ ਹੈਗਾ, ਅਗਰ ਉਹਦਾ ਕਲੇਮ ਆਉਂਦਾ ਹੈਗਾ ਉਹ ਨਾਨ ਟੈਕਸੇਬਲ ਹੈ। ਮੈਂ ਸਮਝੀ ਨਹੀਂ, ਦੁਬਾਰਾ ਮੈਨੂੰ ਦੱਸੋਗੇ? ਜਿਸ ਵੀ ਪਾਲਿਸੀ, ਜਿਸ ਵੀ ਇੰਸ਼ੋਰੈਂਸ ਦਾ ਪ੍ਰੀਮੀਅਮ ਤੁਸੀਂ ਆਪਣੀ ਪਾਕਟ ਚੋਂ ਪੇ ਕਰ ਰਹੇ ਹੋ ਉਹ ਨਾਨ ਟੈਕਸੇਬਲ ਹੈ। ਨਾਨ ਟੈਕਸੇਬਲ ਹੈ ਕਿਉਂਕਿ CPP ਜਿਹੜੀ ਹੈਗੀ ਆ, CPP ਜਿਹੜਾ ਹੈਗਾ ਆ ਉਹ ਜਿਹੜਾ ਡਿਸੇਬਿਲਿਟੀ ਬੈਨੀਫਿਟ ਹੈਗਾ, CPP ਜਦੋਂ ਅਸੀਂ ਸਾਨੂੰ ਮਿਲਦੀ ਤਦ ਵੀ ਟੈਕਸੇਬਲ ਬੈਨੀਫਿਟ ਹੈ ਤੇ ਉਹਦੀ ਡਿਸੇਬਿਲਿਟੀ ਵੀ ਟੈਕਸੇਬਲ ਬੈਨੀਫਿਟ ਹੈ। EI ਇੰਸ਼ੋਰੈਂਸ ਪ੍ਰੀਮੀਅਮ ਜਿਹੜਾ EMPLOYER ਦਿੰਦਾ ਹੈਗਾ ਤੁਹਾਡੇ ਲਈ ਟੈਕਸੇਬਲ ਹੈਗਾ। WSIB ਜਿਹੜੀ EMPLOYER ਦਿੰਦਾ ਹੈਗਾ ਤੁਹਾਡੇ ਲਈ ਟੈਕਸੇਬਲ ਹੈ ਜੀ। ਇੰਡੀਵਿਜੂਅਲ ਇੰਸ਼ੋਰੈਂਸ ਤੁਸੀਂ ਆਪ ਦਿੰਦੇ ਹੋ ਤੇ ਤੁਹਾਡੇ ਲਈ ਨਾਨ ਟੈਕਸੇਬਲ ਜੀ। ਗੱਲ ਕਰਾਂਗੇ ਇਹਦੇ ਬਾਰੇ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਅਸੀਂ ਕੈਲਗਰੀ ਤੋਂ ਬੋਲਦੇ ਹਾਂ। ਹਾਂਜੀ। ਪੁੱਛਣਾ ਚਾਹੁੰਦੇ ਹਾਂ ਜਿਹੜਾ ਡਿਸੇਬਿਲਿਟੀ ਇੰਸ਼ੋਰੈਂਸ ਆ ਉਹ ਕਿੰਨੀ ਦੇਰ ਬੰਦਾ ਲੈ ਸਕਦਾ ਵਾ? ਹਾਂਜੀ, ਤੇ ਕਿਸ ਤਰ੍ਹਾਂ ਲੈ ਸਕਦਾ ਵਾ? ਕੁਝ ਪੁੱਛਣਾ ਤੁਸੀਂ ਕਲੇਮ ਦੀ ਗੱਲ ਕਰ ਰਹੇ ਹੋ ਕਿ ਇੰਸ਼ੋਰੈਂਸ ਦੀ ਗੱਲ ਕਰ ਰਹੇ ਹੋ? ਨਹੀਂ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾਈ ਹੋਈ ਹੈ, ਜੇ ਫੋਰ ਐਗਜ਼ਾਮਪਲ ਬੰਦੇ ਦੀ ਹੈਲਥ ਨਹੀਂ ਠੀਕ ਹੈਗੀ ਜਾਂ ਕਿਵੇਂ ਵੀ, ਉਹ ਮਿਨੀਮਮ ਕਿੰਨੀ ਟਾਈਮ ਤੱਕ ਲੈ ਸਕਦਾ ਵਾ ਤੇ ਕਿਸ ਤਰ੍ਹਾਂ ਲੈ ਸਕਦਾ ਵਾ? ਠੀਕ ਹੈ ਜੀ, ਆਪਾਂ ਮੈਂ ਆਨਸਰ ਦੇਈਏ? ਦੱਸਾਂ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਕਾਲ ਕਰਨ ਲਈ ਜੀ ਸਰ। ਤਰੁ ਜੀ, ਜਿਹੜੀ ਡਿਸੇਬਿਲਿਟੀ ਇੰਸ਼ੋਰੈਂਸ ਜਿੱਦਾਂ ਜੋ ਮੈਂ ਸਮਝ ਪਾ ਰਿਹਾ ਹੈਗਾ ਕਿ ਜਿੱਦਾਂ ਇਹਨਾਂ ਕੋਲ ਇੰਡੀਵਿਜੂਅਲ ਇੰਸ਼ੋਰੈਂਸ ਹੈਗੀ ਆ ਹਨਾ ਡਿਸੇਬਿਲਿਟੀ ਦੀ, ਪਹਿਲੀ ਗੱਲ ਤਾਂ ਹੈਗੀ ਹੈ ਕਿ ਦੇ ਹੈਵ ਟੂ ਗੋ ਟੂ ਦ ਡਾਕਟਰ। ਉਹ ਅਗਰ ਡਾਕਟਰ ਕਹਿੰਦਾ ਕਿ ਯੈਸ ਤੁਸੀਂ ਇਹ ਕੰਮ ਕਰਦੇ ਹੋ ਤਾਂ ਇਹ ਕੰਮ ਨਹੀਂ ਕਰ ਸਕਦੇ, ਠੀਕ ਹੈ, ਕਿਉਂਕਿ ਮੈਂ ਆਪਣੇ ਆਪ ਨੂੰ, ਮੈਨੂੰ ਲੱਗਦਾ ਹੈਗਾ ਕਿ ਮੈਂ ਡਿਸੇਬਲ ਹੋ ਗਿਆ, ਮੈਂ ਇਹ ਕੰਮ ਨਹੀਂ ਕਰ ਸਕਦਾ ਹੈ, ਲੇਕਿਨ ਕੀ ਡਾਕਟਰ ਦੀ ਡੈਫੀਨੇਸ਼ਨ ਦੇ ਮੁਤਾਬਕ ਮੈਂ ਕੰਮ ਕਰ ਸਕਦਾ ਕਿ ਨਹੀਂ ਕਰ ਸਕਦਾ ਹੈਗਾ? ਕਈ ਵਾਰ ਇਹਦੇ ਵਿੱਚ ਦੋਨੋਂ ਚੀਜ਼ਾਂ ਆਉਂਦੀਆਂ। ਕਈ ਵਾਰ ਮੈਨੂੰ ਲੱਗਦਾ ਹੈਗਾ ਮੈਂ ਕੰਮ ਕਰ ਸਕਦਾ ਜਦ ਕਿ ਮੈਂ ਨਹੀਂ ਕੰਮ ਕਰ ਸਕਦਾ ਹੈਗਾ। ਡਾਕਟਰ ਦੀ ਭਾਸ਼ਾ ਦੇ ਮੁਤਾਬਕ ਤੁਸੀਂ ਗਲਤ ਕਰ ਰਹੇ ਹੋ ਜੇ ਤੁਸੀਂ ਮਤਲਬ ਜਾਂ ਆਪਣੇ ਆਪ ਨਾਲ ਧੱਕਾ ਕਰਦੇ ਪਏ, ਇਟ ਮੀਨਸ ਕਿ ਤੁਹਾਡੀ ਡਿਸੇਬਿਲਿਟੀ ਹੋਰ ਖਰਾਬ ਹੋਵੇਗੀ। ਜਾਂ ਕਈ ਵਾਰ ਹੁੰਦਾ ਕਿ ਮੈਨੂੰ ਮਹਿਸੂਸ ਹੁੰਦਾ ਕਿ ਮੈਂ ਡਿਸੇਬਲ ਲੱਗ ਰਿਹਾ ਪਰ ਡਾਕਟਰ ਕਹਿੰਦਾ ਨਹੀਂ ਇਹ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਇਹ ਨਾਰਮਲ ਫੰਕਸ਼ਨਲ ਹੈਗੀ ਹੈ। ਹੁਣ ਜਿੱਦਾਂ ਇਹਨਾਂ ਨੇ ਸਵਾਲ ਕੀਤਾ ਕਿ ਕਿੰਨੀ ਦੇਰ ਤੱਕ ਲੈ ਸਕਦੇ ਆ, ਜਿਹੜਾ ਡਿਸੇਬਿਲਿਟੀ ਇੰਡੀਵਿਜੂਅਲ ਡਿਸੇਬਿਲਿਟੀ ਇੰਸ਼ੋਰੈਂਸ ਪਾਲਿਸੀ ਤੁਹਾਡੇ ਜਿਹੜਾ ਤੁਸੀਂ ਪਾਲਿਸੀ ਲੈਂਦੇ ਹੋ ਤੁਹਾਡੇ ਕੋਲ ਆਪਸ਼ਨ ਹੁੰਦੀ ਹੈ ਕਿ ਤੁਸੀਂ 2 ਸਾਲ 5 ਸਾਲ ਜਾਂ ਅਪ ਟੂ ਦ ਏਜ 70 ਕਵਰੇਜ ਲੈਣੀ ਹੈਗੀ ਆ, ਠੀਕ ਹੈ। ਹੁਣ ਅਗਰ ਤੁਸੀਂ, ਉਹ ਡਿਪੈਂਡ ਕਰਦਾ ਕਿ ਪ੍ਰੀਮੀਅਮ ਤੁਸੀਂ ਕਿੰਨਾ ਦੇਣਾ ਚਾਹੁੰਦੇ ਹੋ, ਕਿਉਂਕਿ 2 ਸਾਲ ਦੀ ਕਵਰੇਜ ਲਵੋਗੇ ਤਾਂ ਉਹਦਾ ਪ੍ਰੀਮੀਅਮ ਜਿਹੜਾ ਹੈਗਾ ਉਹਨਾਂ ਘੱਟ ਹੋਵੇਗਾ। 70 ਸਾਲ ਤੱਕ ਅਗਰ ਕੋਈ ਅੱਜ ਡਿਸੇਬਲ ਹੁੰਦਾ ਤਾਂ 70 ਇਅਰਸ ਤੱਕ ਉਹਨੂੰ ਪੇਮੈਂਟ ਮਿਲਦੀ ਰਹੇਗੀ ਤਾਂ ਉਹਦਾ ਪ੍ਰੀਮੀਅਮ ਆਬਵੀਅਸਲੀ ਜ਼ਿਆਦਾ ਹੋਵੇਗਾ। ਲੇਕਿਨ ਹੁਣ ਜਦੋਂ ਇਹਨਾਂ ਨੇ ਆਲਰੇਡੀ ਇੰਸ਼ੋਰੈਂਸ ਲੈ ਚੁੱਕੇ ਨੇ, ਹੁਣ ਇਹੀ ਜਾਣਦੇ ਨੇ ਕਿ 2 ਸਾਲ ਦਾ ਕਵਰੇਜ ਹੈ, 5 ਸਾਲ ਦਾ ਕਿ ਅਪ ਟੂ ਏਜ 70 ਹੈ, ਤਾਂ ਉਹਦੇ 'ਚ ਹੈਗਾ ਕਿ ਦ ਫਰਸਟ ਕ੍ਰਾਈਟੇਰੀਆ ਇਜ਼ ਕਿ ਦੇ ਸ਼ੁੱਡ ਗੋ ਟੂ ਦ ਡਾਕਟਰ। ਡਾਕਟਰ ਤੋਂ ਇਹ ਪਤਾ ਕਰਨ ਕਿ ਕੀ ਇਹ ਡਿਸੇਬਿਲਿਟੀ ਹੈਗੀ ਹੈ। ਅਗਰ ਡਾਕਟਰ ਕਹਿੰਦਾ ਕਿ ਯੈਸ ਵੀ ਆ ਤੁਹਾਡੀ ਪ੍ਰੋਬਲਮ ਹੈਗੀ ਹੈ ਤੇ ਦੈਨ ਦੇ ਕੈਨ ਅਪਰੋਚ देयर ਐਡਵਾਈਜ਼ਰ ਜਾਂ ਕੰਪਨੀ ਨੂੰ ਸਦਾ ਕਹਿ ਕਿ ਮੈਂ ਇਸ ਚੀਜ਼ ਤੋਂ ਸਫਰ ਕਰ ਰਹੀ ਹਾਂ ਤੇ ਕਾਈਂਡਲੀ ਸੈਂਡ ਮੀ ਦਾ ਪੇਪਰ ਫॉर द ਕਲੇਮ। ਫਿਰ ਪਾਲਿਸੀ ਦੇ ਵਿੱਚ ਜਿਹੜਾ ਵੀ ਬਣਦਾ ਕਲੇਮ ਹੈਗਾ ਉਹਨੂੰ ਮਿਲ ਜਾਂਦਾ ਹੈ ਜੀ। ਬਿਲਕੁਲ। ਤੇ ਸਰ ਆਪਾਂ ਜਦੋਂ ਗੱਲ ਕਰ ਸੀ ਤੁਸੀਂ ਕਿਹਾ ਟੈਕਸੇਬਲ ਇਨਕਮ ਵੀ ਡਿਪੈਂਡ ਕਰਦੀ ਹੈ ਕਿ ਕਿਵੇਂ ਤੁਸੀਂ ਪ੍ਰੀਮੀਅਮ ਭਰ ਰਹੇ ਹੋ, ਆਪਣੀ ਜੇਬ ਚੋਂ ਭਰ ਰਹੇ ਹੋ ਜਾਂ ਨਹੀਂ। ਤੁਸੀਂ ਆਪਾਂ ਇਹ ਤਾਂ ਗੱਲ ਕਰ ਰਹੇ ਹਾਂ ਕਿ ਜਿਨ੍ਹਾਂ ਨੂੰ ਇਸ ਵਕਤ WSIB ਮਿਲ ਰਿਹਾ ਹੈ ਉਹਨਾਂ ਦੇ ਬਾਰੇ ਤਾਂ ਚਲੋ ਠੀਕ ਹੈ ਕਿ ਉਹਨਾਂ ਦੇ EMPLOYERS ਜਿਹੜੇ ਕਵਰ ਕਰ ਰਹੇ ਨੇ, ਪਰ ਆਪਣੀ ਖਾਸ ਤੌਰ ਤੇ ਆਪਣੀ ਕਮਿਊਨਿਟੀ ਵਿੱਚ ਬਹੁਤ ਸਾਰੇ ਸੈਲਫ EMPLOYMENT ਵੀ ਹੈਗੀ ਆ ਜਿੱਥੇ ਜਦੋਂ ਗੱਲ ਆਉਂਦੀ ਹੈ, ਸੋ ਉਹਨਾਂ ਦੇ ਲਈ ਵੀ ਕੀ ਕੋਈ ਬੈਨੀਫਿਟ ਹੋ ਸਕਦਾ ਜਾਂ ਉਹ ਕਿਵੇਂ ਲੈ ਸਕਦੇ ਨੇ? ਦੇਖੋ ਵੈਸੇ ਤਾਂ ਸਹੀ ਮਾਇਨੇ 'ਚ ਅਗਰ ਤੁਹਾਨੂੰ EMPLOYER ਤੋਂ ਬੈਨੀਫਿਟਸ ਨਹੀਂ ਮਿਲ ਰਹੇ ਤਾਂ ਫਿਰ ਡਿਸੇਬਿਲਿਟੀ ਬੈਨੀਫਿਟ ਬਣੀ ਹੀ ਤੁਹਾਡੇ ਲਈ ਹੈਗੀ ਹੈ। ਕਾਰਨ ਹੈਗਾ ਕਿ ਜਦੋਂ ਮੈਂ ਖੁਦ ਆਪਣੀ ਆਮਦਨ ਕਮਾ ਰਿਹਾ ਹੈਗਾ ਤਾਂ ਇਟ ਮੀਨਸ ਮੈਂ ਹੀ ਆਪਣੇ ਆਪ ਨੂੰ ਪੇ ਕਰਦਾ ਪਿਆ ਹੈਗਾ। ਹੁਣ ਜੇ ਪੇ ਕਰਨ ਲਈ ਮੈਂ ਹੀ ਸਹੀ ਨਹੀਂ ਹੈਗਾ ਜਾਂ ਮੈਂ ਕੰਮ ਕਰਨ ਦੇ ਕਾਬਿਲ ਨਹੀਂ ਰਿਹਾ ਤਾਂ ਇਟ ਮੀਨਸ ਕਿ ਮੈਂ ਕਿਹਨੂੰ ਮਤਲਬ ਮੈਂ ਕਿੱਥੋਂ ਪੇਮੈਂਟ ਲਵਾਂਗਾ, ਕਿਉਂਕਿ ਮੈਂ ਹੀ ਕੰਮ ਕਰ ਰਿਹਾ ਸੀ। ਹੁਣ ਚਾਹੇ ਮੈਂ ਵੁੱਡ ਵਰਕ ਦਾ ਕੰਮ ਕਰਦਾ, ਚਾਹੇ ਮੈਂ ਈਵਨ ਟਰੱਕ ਡਰਾਈਵਰ ਹੈਗਾ ਜਾਂ ਮੈਂ ਕੋਈ ਵੀ ਕੰਮ ਹੱਥੀਂ ਕੰਸਟਰਕਸ਼ਨ ਦੇ ਵਿੱਚ ਆਪਣੇ ਕਿੰਨੇ ਲੋਕ ਹੈਗੇ ਨੇ ਨਾ। ਹੁਣ ਅਗਰ ਉਹ ਫॉर ਐਗਜ਼ਾਮਪਲ ਕਾਰਪੈਂਟਰ ਦਾ ਅਗਰ ਹੱਥ ਕੰਮ ਨਹੀਂ ਕਰਦਾ, ਕੈਨ ਹੀ ਡੂ ਐਨੀਥਿੰਗ? ਹੁਣ ਜਿੱਦਾਂ ਇੱਕ ਛੋਟੀ ਜਿਹੀ ਮੈਂ ਤੁਹਾਨੂੰ ਗੱਲ ਦੱਸਿਆ ਕਿ ਫਿਜ਼ੀਓਥੈਰੇਪਿਸਟ ਵਾਸ਼ਰੂਮ ਦੇ ਵਿੱਚ ਨਹਾਉਂਦਾ ਹੋਇਆ ਸਲਿਪ ਕਰ ਗਿਆ, ਉਹਦਾ ਰਿਸਟ ਫ੍ਰੈਕਚਰ ਹੋ ਗਿਆ ਔਰ ਮਲਟੀਪਲ ਫ੍ਰੈਕਚਰ ਹੋਇਆ, ਹੀ ਵਾਸ ਨਾਟ ਏਬਲ ਟੂ, ਔਰ ਉਹਦਾ ਰਿਸਟ ਦੁਬਾਰਾ ਉਦਾਂ ਦਾ ਬਣਿਆ ਨਹੀਂ। ਹੁਣ ਅਗਰ ਫਿਜ਼ੀਓਥੈਰੇਪਿਸਟ ਦਾ ਸਾਰਾ ਕੰਮ ਹੀ ਹੱਥ ਦੇ ਨਾਲ ਹੈ ਕਿਉਂਕਿ ਉਹਨੇ ਪੇਸ਼ੈਂਟਸ ਨੂੰ ਐਕਸਰਸਾਈਜ਼ਸ ਕਰਾਉਣੀਆਂ ਨੇ, ਲੇਕਿਨ ਉਹ ਡਿਸੇਬਲ ਹੋ ਗਿਆ। ਹੁਣ ਵਾਈਟ ਕਾਲਰ ਜੌਬ ਹੈਗੀ ਆ ਜਾਂ ਬਲੂ ਕਾਲਰ ਜੌਬ ਹੈਗੀ, ਡਜ਼ਨਟ ਮੈਟਰ। ਜਿਹੜਾ ਬੰਦਾ ਸੈਲਫ EMPLOYED ਹੈਗਾ, ਮੇਬੀ ਅ ਡਾਕਟਰ ਹੋ ਸਕਦਾ, ਮੇਬੀ ਸੈਲੂਨ ਹੈਗਾ ਤੁਹਾਡਾ, ਉਹਦੇ ਵਿੱਚ ਤੁਸੀਂ ਐਕਸਪਰਟ ਹੈਗੇ ਹੋ ਕਟਿੰਗ ਦੇ ਵਿੱਚ ਜਾਂ ਕਿਸੇ ਵੀ ਕੰਮ ਦੇ ਵਿੱਚ, ਆਲ ਡਿਪੈਂਡਸ ਔਨ ਯੂਰ ਸਕਿੱਲਸ ਐਂਡ ਐਜ਼ ਵੈਲ ਐਜ਼ ਯੂਰ ਹੱਥ ਮਤਲਬ ਕਿ ਤੁਹਾਡੇ ਫਿਜ਼ੀਕਲ ਐਬਿਲਿਟੀ ਦੇ ਉੱਤੇ। ਹੁਣ ਡਿਸੇਬਲ ਹੋ ਗਏ
ਤੁਹਾਡੇ ਫਿਕਸ ਖਰਚੇ ਤਾਂ ਫਿਕਸ ਕਰਦੇ ਚੱਲਦੇ ਰਹਿਣੇ, ਲੇਕਿਨ ਤੁਹਾਡੇ ਘਰ ਦੇ ਜਿਹੜੇ ਆਮਦਨ ਹੈਗੀ ਆ ਉਹ ਬੰਦ ਹੋ ਗਈ। ਹੁਣ ਉਹਨਾਂ ਨੂੰ ਪੂਰਾ ਕਰਨ ਲਈ ਅਗਰ ਤੁਹਾਡੇ ਕੋਲ ਡਿਸੇਬਿਲਿਟੀ ਬੈਨੀਫਿਟ ਨਹੀਂ ਹੈਗਾ ਜਾਂ ਪਾਲਿਸੀ ਨਹੀਂ ਹੈਗੀ ਤਾਂ ਕੀ ਕਰੋਗੇ? EI ਤੁਸੀਂ ਲੈ ਨਹੀਂ ਸਕਦੇ ਹੈਗੇ, ਜਾਂ ਤੁਸੀਂ ਅਪਲਾਈ ਕਰੋਗੇ ਦੈਨ ਓਨਲੀ ਯੂ ਕੈਨ ਹੈਵ ਦੈਟ, ਉਹ ਵੀ $638 ਤੋਂ ਜ਼ਿਆਦਾ ਨਹੀਂ ਮਿਲਣੀ ਹੈਗੀ। ਮੋਸਟਲੀ ਸੈਲਫ ਇੰਪਲੋਇਡ EI ਵੱਲ ਨਹੀਂ ਜਾਂਦੇ ਹੈਗੇ, ਗਰੁੱਪ ਬੈਨੀਫਿਟਸ ਉਹਨਾਂ ਕੋਲ ਹੁੰਦੇ ਨਹੀਂ ਕਿਉਂਕਿ ਉਹ ਸੈਲਫ ਇੰਪਲੋਇਡ ਹੈਗੇ ਨੇ। ਸੋ ਉਸ ਜਗ੍ਹਾ ਤੇ ਡਿਸੇਬਿਲਿਟੀ ਬੈਨੀਫਿਟ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਖਾਸ ਤੌਰ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਵਰਕ ਫਰਮ ਹੋਮ ਕਰ ਰਹੇ ਨੇ ਪੈਂਡੈਮਿਕ ਤੋਂ ਬਾਅਦ, ਸੋਚਦੇ ਨੇ ਕਿ ਅਸੀਂ ਬਾਹਰ ਨਹੀਂ ਜਾਂਦੇ ਕਿਤੇ, ਸਾਨੂੰ ਤਾਂ ਸੱਟ ਨਹੀਂ ਲੱਗ ਸਕਦੀ, ਕੋਈ ਐਵੇਂ ਦੀ ਪ੍ਰੋਬਲਮ ਨਹੀਂ ਹੋ ਸਕਦੀ, ਪਰ ਘਰਾਂ ਤੋਂ ਕੰਮ ਕਰਨਾ ਵੀ ਕਿਤੇ ਨਾ ਕਿਤੇ ਆਪਾਂ ਕਿਤੇ ਆਉਂਦੇ ਆ ਜਾਂਦੇ ਆ, ਕੁਝ ਵੀ ਹੋ ਸਕਦਾ ਆ। ਅਜਿਹੇ 'ਚ ਕਿੰਨਾ ਕੁ ਇੰਪੋਰਟੈਂਟ ਆ ਉਹਨਾਂ ਦੇ ਲਈ ਕਿ ਇਸ ਵੱਲ ਥੋੜਾ ਸੋਚਿਆ ਜਾਵੇ? ਦੇਖੋ ਤਰਨ ਜੀ, ਡਿਸੇਬਿਲਿਟੀ ਜਿਹੜੀ ਹੈਗੀ ਇਟ ਕੈਨ ਅਕਰ ਐਨੀਵੇਅਰ। ਆਪਾਂ ਮੋਸਟਲੀ ਇਹ ਅਜ਼ੰਪਸ਼ਨ ਹੈਗੀ ਆ ਲੋਕਾਂ ਦੀ, ਕਿਉਂਕਿ ਜਦੋਂ ਤੱਕ ਤਾਂ ਅਸੀਂ ਵੀ ਇਸ ਚੀਜ਼ 'ਚ ਨਹੀਂ ਸਮਝਿਆ ਸੀ, ਸਾਨੂੰ ਲੱਗਦਾ ਸੀਗਾ ਕਿ ਡਿਸੇਬਿਲਿਟੀ ਤਾਂ ਸਿਰਫ ਉਹਨੂੰ ਹੈਗੀ ਜਿਹੜਾ ਹੱਥੀਂ ਕੰਮ ਕਰਦਾ ਹੈ, ਜਿਹੜਾ ਫੈਕਟਰੀ 'ਚ ਕੰਮ ਕਰਦਾ, ਜਦ ਕਿ ਜੇ ਡਿਸੇਬਿਲਿਟੀ ਦੇ ਤੁਸੀਂ ਆંકੜੇ ਦੇਖੇ ਜੋ ਤੇ 5 ਜਾਂ 6% ਕਲੇਮ ਵਰਕ ਵਾਲੇ ਹੁੰਦੇ ਨੇ, ਮੈਕਸਿਮਮ ਬਾਕੀ ਕਲੇਮ ਜਿਹੜੇ ਹੈਗੇ ਆਊਟਸਾਈਡ ਵਾਲੇ ਹੈਗੇ। ਕਿਉਂਕਿ ਜਿੱਥੇ ਅਸੀਂ ਬਹੁਤਾ ਤੌਰ ਤੇ, ਕਿਉਂਕਿ ਦੇਖੋ ਕੰਮ ਦੇ ਉੱਤੇ ਹਮੇਸ਼ਾ ਅਸੀਂ ਸੁਚੇਤ ਹੋ ਕੇ ਕੰਮ ਕਰਦੇ ਹਾਂ, ਫੋਕਸ ਹੁੰਦੇ ਹੈਗੇ, ਸਾਨੂੰ ਹੈਜ਼ਰਡਸ ਦਾ ਪਤਾ ਹੁੰਦਾ, ਸਾਨੂੰ ਗਾਈਡੈਂਸ ਵੀ ਮਿਲਦੀ, ਸਾਨੂੰ ਸਿਖਾਇਆ ਜਾਂਦਾ ਹੈ। ਲੇਕਿਨ ਓਬਵੀਅਸਲੀ ਅਸੀਂ ਕਦੋਂ ਹੁੰਦੇ ਹਾਂ? ਜਦੋਂ ਅਸੀਂ ਆਪਣੇ ਆਪ 'ਚ ਹੁੰਦੇ ਜਾਂ ਘਰ ਹੁੰਦੇ ਹੈਗੇ। ਹੁਣ ਚਾਹੇ ਸਰਦੀਆਂ ਦੇ ਵਿੱਚ ਸਨੋ ਤੇ ਸਲਿੱਪ ਕਰਨਾ ਹੈਗਾ, ਜਾਂ ਪੌੜੀਆਂ ਉੱਤਰਦੇ ਸਲਿੱਪ ਕਰਨਾ ਹੈਗਾ, ਜਾਂ ਵਾਸ਼ਰੂਮ ਦੇ ਵਿੱਚ ਕਿਤੇ ਸਲਿੱਪ ਕਰ ਜਾਣਾ, ਕਿਸੇ ਵੀ ਜਗ੍ਹਾ ਤੇ ਪੈਰ ਸਲਿੱਪ ਹੋ ਸਕਦਾ ਹੈਗਾ, ਇੰਜਰੀ ਹੋ ਸਕਦੀ ਹੈ। ਹੁਣ ਉਹ ਇੰਜਰੀ ਜਿਹੜੀ ਹੈਗੀ ਆ ਉਹ ਇੱਕ ਵਰਕ ਟੂ ਹੋਮ ਕਰਨ ਵਾਲੇ ਨੇ ਵੀ ਹੋ ਸਕਦੀ ਹੈ, ਜਿਹੜਾ ਬੰਦਾ ਬਾਹਰ ਕੰਮ ਕਰਦਾ ਹੋਣ ਵੀ ਹੋ ਸਕਦੀ ਹੈਗੀ। ਹਾਂ, ਇੱਕ ਚੀਜ਼ ਇਹ ਹੋ ਸਕਦੀ ਹੈ ਕਿ ਇੱਕ ਸਾਹਮਣੇ ਐਵੀਡੈਂਟ ਸਾਹਮਣੇ ਨਜ਼ਰ ਆਉਂਦਾ ਕਿ ਇੱਕ ਬੰਦਾ ਟਰੱਕਿੰਗ 'ਚ ਹੈਗਾ, ਟਰੱਕ ਚਲਾ ਰਿਹਾ, ਇਟ ਮੀਨਸ ਉਹਦੇ ਚਾਂਸਸ ਆਫ ਡਿਸੇਬਿਲਿਟੀ ਜ਼ਿਆਦਾ ਹੈਗੇ ਨੇ। ਲੇਕਿਨ ਹੁਣ ਗੱਲ ਇਹ ਹੈਗੀ ਕਿ ਇੰਪੈਕਟ ਆਫ ਡਿਸੇਬਿਲਿਟੀ ਕਿੰਨਾ ਹੈਗਾ। ਜੇ ਮੈਂ ਵਰਕ ਟੂ ਹੋਮ ਹੈਗਾ, ਹੁਣ ਵਰਕ ਟੂ ਹੋਮ ਕਰਕੇ ਮੇਰੀ ਡਿਸੇਬਿਲਿਟੀ ਦੇ ਬਾਵਜੂਦ ਵੀ ਮੈਂ ਕੰਮ ਕਰ ਸਕਦਾ ਹੈਗਾ, ਤੇ ਠੀਕ ਹੈ, ਡਿਸੇਬਿਲਿਟੀ ਕਲੇਮ ਨਹੀਂ ਮਿਲੇਗਾ ਕਿਉਂਕਿ ਮੈਂ ਡਿਸੇਬਲ ਨਹੀਂ ਹੋਇਆ। ਪਰ ਅਗਰ ਉਹ ਮੇਰੀ ਐਬਿਲਿਟੀ ਨੂੰ ਇਫੈਕਟ ਕਰਦੀ ਹੈ ਚੀਜ਼, ਮੇਰੀ ਬੈਕ ਨੂੰ ਪ੍ਰੋਬਲਮ ਆ ਗਈ, ਆਈ ਕਾਂਟ ਸਿਟ ਨਾਓ, ਕਿਉਂਕਿ ਜੇ ਹੁਣ ਵਰਕ ਟੂ ਹੋਮ ਦੇ ਵਿੱਚ ਅਸੀਂ ਸਾਰਾ ਦਿਨ ਕੰਪਿਊਟਰ ਤੇ ਬੈਠਣਾ ਤਾਂ ਡੈਫੀਨਿਟਲੀ ਉਹਦੇ ਨਾਲ ਕੀ ਹੋਏਗਾ, ਬੈਕ ਦੀ ਇੰਜਰੀ ਵੀ ਹੋ ਸਕਦੀ ਹੈ, ਜਾਂ ਸੌਫਟ ਟਿਸ਼ੂ ਇੰਜਰੀ ਹੋ ਸਕਦੀ ਹੈ। ਹੁਣ ਆਈ ਐਮ ਨਾਟ ਏਬਲ ਟੂ ਸਿਟ, ਮੈਂ ਲੇਟ ਕੇ ਕੰਮ ਨਹੀਂ ਕਰ ਸਕਦਾ ਹੈਗਾ, ਮੇਰੀ ਜਿਹੜੀ ਹੈਗੀ ਐਬਿਲਿਟੀ ਇੰਪੈਕਟ ਹੋਈ ਹੈਗੀ। ਅਗਰ ਐਬਿਲਿਟੀ ਇੰਪੈਕਟ ਹੋਈ ਹੈ ਤਾਂ ਇਟ ਮੀਨਸ ਆਈ ਐਮ ਲਾਇਬਲ ਟੂ ਗੈਟ ਦ ਕਲੇਮ, ਇਰਰਿਸਪੈਕਟਿਵ ਆਫ ਤੁਹਾਡਾ ਪ੍ਰੋਫੈਸ਼ਨ ਕੀ ਹੈਗਾ। ਅਗਰ ਤੁਹਾਡੀ ਆਮਦਨ ਦੇ ਵਿੱਚੋਂ ਸਾਰੇ ਦਾ ਸਾਰਾ ਖਰਚਾ ਤੁਹਾਡੀਆਂ ਜ਼ਰੂਰਤਾਂ ਲਈ ਹੀ ਹੋ ਰਿਹਾ ਹੈਗਾ, ਦੈਟ ਮੀਨਸ ਯੂ ਨੀਡ ਅ ਇਨਕਮ ਰਿਪਲੇਸਮੈਂਟ। ਵੀ ਕੱਲ ਨੂੰ ਅਗਰ ਡਿਸੇਬਿਲਿਟੀ ਹੁੰਦੀ ਹੈ ਤਾਂ ਐਟਲੀਸਟ ਯੂ ਸ਼ੁੱਡ ਹੈਵ ਅ ਸੈਕੰਡ ਸਟਰੀਮ ਆਫ ਇਨਕਮ, ਜਿੱਥੇ ਤੁਸੀਂ ਡਿਪੈਂਡ ਕਰਕੇ ਆਪਣੀ ਘਰ ਨੂੰ ਚਲਾ ਸਕਦੇ ਹੋ। ਤੁਸੀਂ ਘਰ ਦੀ ਗੱਲ ਕੀਤੀ ਹੈ, ਤੁਸੀਂ ਇੱਕ ਤਾਂ ਗੱਲ ਕਰ ਦਿੱਤੀ ਹੈ ਜਿਹੜੇ ਸੈਲਫ ਇੰਪਲੋਇਡ ਹੈਗੇ ਨੇ, ਖਾਸ ਤੌਰ ਤੇ ਜਿਹੜੇ ਬਿਜ਼ਨਸ ਓਨਰਸ ਨੇ, ਜਿਹੜੇ ਜੇਕਰ ਉਹਨਾਂ ਨੂੰ ਐਵੇਂ ਦਾ ਕੋਈ ਪ੍ਰੋਬਲਮ ਹੁੰਦੀ ਹੈ, ਉਹਨਾਂ ਲਈ ਵੀ ਕੀ ਕੋਈ ਸਪੈਸ਼ਲ ਪਾਲਿਸੀ ਵਗੈਰਾ ਹੈਗੀ ਹੈ? ਕਿਉਂਕਿ ਖਰਚੇ ਤਾਂ ਉਹਨੇ ਸਾਰੇ ਮੈਨੇਜ ਉਹਨਾਂ ਨੇ ਕਰਨੇ ਹੀ ਕਰਨੇ ਨੇ। ਵੈਸੇ ਬਹੁਤ ਵਧੀਆ ਸਵਾਲ ਤੁਸੀਂ ਪੁੱਛਿਆ, ਕਿਉਂਕਿ ਬਿਜ਼ਨਸਮੈਨ ਜਦੋਂ ਆਪਾਂ ਸੈਲਫ ਇੰਪਲੋਇਡ ਕਰਦੇ ਹਾਂ, ਸੈਲਫ ਇੰਪਲੋਇਡ ਦੇ ਵਿੱਚ ਇਹ ਚੀਜ਼ ਹੈਗੀ ਕਿ ਜੇ ਉਹ ਇੰਜਰ ਹੋ ਗਏ ਤੇ ਉਹਨਾਂ ਦੀ ਆਮਦਨ ਬੰਦ ਹੋ ਗਈ। ਪਰ ਮੋਸਟਲੀ ਇੱਕ ਚੀਜ਼ ਹੈਗਾ ਕਿ ਮੈਂ ਸੈਲਫ ਇੰਪਲੋਇਡ ਵੀ ਹੈਗਾ ਤਾਂ ਮੈਂ ਆਪਣੇ ਆਪ ਤੇ ਮੇਰੇ ਸਿਰ ਤੇ ਹੀ ਸਾਰਾ ਕੰਮ ਚੱਲਦਾ ਹੈ, ਲੇਕਿਨ ਮੈਂ ਅੱਗੇ ਬਿਜ਼ਨਸ ਚਲਾਉਣ ਲਈ EMPLOYEES ਵੀ ਰੱਖੇ ਨੇ, ਮੈਂ ਲੋਨਸ ਲਏ ਹੋਏ ਨੇ, ਉਹਨਾਂ ਦਾ ਇੰਟਰਸਟ ਪੇ ਕਰਨਾ ਹੈਗਾ, ਕੁਝ ਮੇਰੀਆਂ ਯੂਟਿਲਿਟੀ ਬਿਲਸ ਹੈਗੇ, ਫਿਕਸ ਖਰਚੇ ਹੈਗੇ ਨੇ, ਟੈਲੀਫੋਨ ਦੇ ਖਰਚੇ ਹੈਗੇ ਨੇ, ਉਹ ਕਿੱਥੋਂ ਪੇਮੈਂਟ ਆਏਗੀ? ਉਹਦੇ ਲਈ ਫਿਰ ਬਿਜ਼ਨਸ ਓਵਰਹੈਡ ਐਕਸਪੈਂਸਿਸ ਹੁੰਦੇ ਨੇ। ਇੱਕ ਅਜਿਹੀ ਪਾਲਿਸੀ ਹੈ ਕਿ ਡਿਸੇਬਿਲਿਟੀ ਪਾਲਿਸੀ ਹੀ ਹੁੰਦੀ ਹੈਗੀ ਆ, ਉਹਦੇ ਵਿੱਚ ਸਿਰਫ ਮੈਨੂੰ ਬੈਨੀਫਿਟ ਨਹੀਂ ਮਿਲਦਾ, ਲੇਕਿਨ ਅਗਰ ਮੇਰੇ EMPLOYEES ਦੀ ਸੈਲਰੀ ਹੈਗੀ ਆ, ਮੇਰੇ ਯੂਟਿਲਿਟੀ ਬਿਲਸ ਹੈਗੇ ਨੇ, ਮੇਰਾ ਕੋਈ ਰੈਂਟ ਹੈਗਾ ਆ, ਜਾਂ ਇੰਟਰਸਟ ਆਫ ਬੋਰਿੰਗ ਮਨੀ ਜਿਹੜੀ ਮੈਂ ਪੈਸਾ ਲੋਨ ਲਿਆ ਹੈਗਾ, ਅਗਰ ਉਹ ਕੁਛ ਹੈਗਾ ਤਾਂ ਉਹ ਖਰਚੇ ਉਹਦੇ ਨਾਲ ਮੇਨਟੇਨ ਹੋ ਜਾਂਦੇ ਨੇ। ਯਾਨੀ ਕਿ ਅਗਰ ਮੈਂ ਇੰਜਰ ਹੋ ਗਿਆ, ਮੇਰੀ ਡਿਸੇਬਿਲਿਟੀ ਹੋ ਗਈ, ਤਾਂ ਮੇਰੀ ਇੰਡੀਵਿਜੂਅਲ ਡਿਸੇਬਿਲਿਟੀ ਨੇ ਮੈਨੂੰ ਰਕਮ ਦੇਣੀ ਹੈਗੀ ਹੈ, ਲੇਕਿਨ ਬਿਜ਼ਨਸ ਓਵਰਹੈਡ ਜਿਹੜੀ ਐਕਸਪੈਂਸਿਸ ਪਾਲਿਸੀ ਹੈ ਉਹਨੇ ਮੇਰਾ ਬਿਜ਼ਨਸ ਚੱਲਦਾ ਰੱਖਣਾ ਹੈ। ਤੇ ਜੇ 4-5 ਮਹੀਨੇ ਦੇ ਵਿੱਚ ਵੀ ਮੇਰਾ ਬਿਜ਼ਨਸ ਬੰਦ ਨਹੀਂ ਹੁੰਦਾ ਹੈਗਾ ਤੇ ਮੇਰੀ ਡਿਸੇਬਿਲਿਟੀ ਰਿਕਵਰ ਹੋਈ, ਐਟਲੀਸਟ ਮੈਂ ਉਹ 6ਵੇਂ ਮਹੀਨੇ ਉਹ ਬਿਜ਼ਨਸ ਤਾਂ ਸ਼ੁਰੂ ਕਰ ਸਕਦਾ ਹੈਗਾ। ਤੇ ਜੇ ਮੇਰਾ ਬਿਜ਼ਨਸ ਸਿਰਫ ਇਸ ਕਰਕੇ ਬੰਦ ਹੋ ਗਿਆ ਵੀ ਮੇਰੀ ਆਮਦਨ ਤਾਂ ਬੰਦ ਹੋ ਗਈ ਕਿਉਂਕਿ ਮੈਂ ਡਿਸੇਬਲ ਹੋ ਗਿਆ, ਹੁਣ ਮੈਂ ਆਪਣੇ EMPLOYEES ਦੀ ਸੈਲਰੀ ਕਿੱਥੋਂ ਪੇ ਕਰਾਂਗਾ, ਯੂਟਿਲਿਟੀ ਬਿੱਲ ਪੇ ਕਿੱਥੋਂ ਕਰਾਂਗਾ, ਤੇ ਮੇਰਾ ਬਿਜ਼ਨਸ ਬੰਦ ਹੋਏਗਾ। ਤੇ 6 ਮਹੀਨੇ ਬਾਅਦ ਆਈ ਡਾਊਟ ਕਿ ਉਹ ਵਿਅਕਤੀ 6 ਮਹੀਨੇ ਬਾਅਦ ਫਿਰ ਆਪਣੇ ਪੈਰਾਂ ਤੇ ਖੜਾ ਵੀ ਹੋ ਸਕਦਾ ਹੈ। ਕੋਈ ਆਪਣੇ ਕੰਮ ਦੇ ਉੱਤੇ ਹੈਵੀ ਵਰਕ ਕਰ ਰਿਹਾ ਤੇ ਉਸ ਦੌਰਾਨ ਉਹਨੂੰ ਡਿਸੇਬਿਲਿਟੀ ਹੋ ਗਈ ਤੇ WSI ਵੀ ਇਸ ਵਕਤ ਉਹ ਲੈ ਰਿਹਾ ਵਾ, ਪਰ ਕੀ ਕੋਈ ਉਹ ਲਾਈਟ ਕੰਮ ਕਰਨ ਦੇ ਲਈ ਐਲੀਜੀਬਲ ਹੋਏਗਾ ਕਿ ਨਾਲ ਦੇ ਨਾਲ WSI ਵੀ ਲਈ ਜਾਵੇ ਤੇ ਨਾਲ ਦੇ ਨਾਲ ਲਾਈਟ ਵਰਕ ਵੀ ਕੋਈ ਕਰੀ ਜਾਵੇ, ਜਾਂ ਇਹਦੇ ਵਿੱਚ ਵੀ ਕੰਪਨੀ ਹੋ ਸਕਦਾ ਕਿ ਇਹਦੀ ਪੂਰੀ ਜਾਣਕਾਰੀ ਲਵੇ ਜਾਂ ਕੋਈ ਜਾਂਚ ਪੜਤਾਲ ਕਰੇ? ਦੇਖੋ, ਜਿੱਥੇ ਤੱਕ ਤਾਂ ਇਹ ਜਿਹੜੀ ਹੁਣ ਆਕੂਪੇਸ਼ਨ ਦੇ ਵਿੱਚ ਡੈਫੀਨੇਸ਼ਨ ਹੁੰਦੀ ਹੈ ਕਿ ਤੁਸੀਂ ਕਿਹੜਾ ਕੰਮ ਕਰ ਸਕਦੇ ਹੋ। ਇੱਕ ਡੈਫੀਨੇਸ਼ਨ ਹੁੰਦੀ ਹੈ ਜਿਹਨੂੰ ਅਸੀਂ ਕਹਿੰਦੇ ਹੈਗੇ ਰੈਗੂਲਰ ਆਕੂਪੇਸ਼ਨ। ਜਦੋਂ ਪਹਿਲੇ ਡਿਸੇਬਿਲਿਟੀ ਹੁੰਦੀ ਹੈਗੀ ਹੈ ਤਾਂ ਪਹਿਲੇ ਸਾਲਾਂ ਦੇ ਵਿੱਚ ਉਹ ਬੈਨੀਫਿਟਸ ਮਿਲਦੇ ਨੇ ਜਿਹੜੇ ਕਿ ਮੈਂ ਉਸ ਕੰਮ ਕਰਦੇ। ਫੋਰ ਐਗਜ਼ਾਮਪਲ, ਮੇਰਾ ਇੱਕ ਪਰਟੀਕੂਲਰ ਕੰਮ ਹੈਗਾ, ਅਗਰ ਮੈਂ ਉਹ ਕੰਮ ਨਹੀਂ ਕਰ ਸਕਦਾ, ਇਟ ਮੀਨਸ ਆਈ ਐਮ ਡਿਸੇਬਲਡ।
ਇਹ 2 ਜਾਂ 3 ਸਾਲ ਤੱਕ ਰੈਗੂਲਰ ਆਕੂਪੇਸ਼ਨ ਮੰਨਿਆ ਜਾਂਦਾ ਹੈਗਾ ਕਿ ਮੈਂ 2 ਸਾਲ ਜਾਂ 3 ਸਾਲ ਤੱਕ ਅਗਰ ਆਪਣੀ ਜਿਹੜਾ ਮੈਂ ਪਹਿਲੇ ਕੰਮ ਕਰ ਰਿਹਾ ਸੀ ਨਹੀਂ ਕਰ ਸਕਦਾ ਤੇ ਮੈਨੂੰ ਡਿਸੇਬਿਲਿਟੀ ਮਿਲੇਗੀ। ਲੇਕਿਨ ਆਫਟਰ 3 ਇਅਰਸ ਔਰ ਮੋਸਟ ਆਫ ਦਾ ਟਾਈਮ ਕੀ ਹੁੰਦਾ 2 ਜਾਂ 3 ਸਾਲ ਬਾਅਦ ਉਹ ਐਨੀ ਆਕੂਪੇਸ਼ਨ ਬਣ ਜਾਂਦੀ ਹੈ ਡੈਫੀਨੇਸ਼ਨ। ਜਿਹੜੀ ਐਨੀ ਆਕੂਪੇਸ਼ਨ ਡੈਫੀਨੇਸ਼ਨ ਹੈ ਮੀਨਸ ਕਿ ਮੈਂ ਕੁਝ ਵੀ ਅਗਰ ਕਰਦਾ ਹੈ ਤੇ ਮੇਰਾ ਡਿਸੇਬਿਲਿਟੀ ਕਲੇਮ ਖਤਮ ਹੋ ਜਾਣਾ। ਓਕੇ, ਠੀਕ ਹੈ। ਇਹਦੇ ਵਿੱਚ ਹੁਣ ਖਾਸ ਕਰ ਜਿਹੜੇ ਗਰੁੱਪ ਇੰਸ਼ੋਰੈਂਸ ਦੇ ਵਿੱਚ ਹੈਗਾ ਕਿ ਜਦੋਂ ਗਰੁੱਪ ਇੰਸ਼ੋਰੈਂਸ ਜਿਹਨਾਂ ਦੇ ਕੋਲ ਹੈਗੀ ਆ ਉਹ ਸ਼ਾਇਦ ਅਗਰ ਸੁਣ ਰਹੇ ਨੇ ਇਸ ਪ੍ਰੋਗਰਾਮ ਨੂੰ ਤਾਂ ਇਸ ਪ੍ਰੋਗਰਾਮ ਤੋਂ ਬਾਅਦ ਆਪਣੀ ਗਰੁੱਪ ਇੰਸ਼ੋਰੈਂਸ ਪਾਲਿਸੀ ਨੂੰ ਸਟੱਡੀ ਜ਼ਰੂਰ ਕਰਨ। ਕਈ ਵਾਰ ਕੀ ਹੁੰਦਾ ਹੈਗਾ ਕਿ ਉਹ ਕਹਿੰਦੇ ਨੇ ਸਾਡੇ ਕੋਲ ਗਰੁੱਪ ਇੰਸ਼ੋਰੈਂਸ ਪਾਲਿਸੀ ਹੈ ਨਹੀਂ ਗੀ, ਤਾਂ ਤੁਸੀਂ ਆਪਣੇ HR ਤੋਂ ਜਿਹੜਾ ਤੁਹਾਡਾ HR ਡਿਪਾਰਟਮੈਂਟ ਹੈ ਤੁਸੀਂ ਉਹਨਾਂ ਤੋਂ ਉਹਦੀ ਕਾਪੀ ਮੰਗ ਸਕਦੇ ਹੋ। ਤੁਸੀਂ ਜਿਹੜਾ ਵੀ ਅਗਰ ਐਡਵਾਈਜ਼ਰ ਤੁਹਾਡੇ ਕੋਲ ਹੈਗਾ ਤੁਸੀਂ ਉਹਨੂੰ ਕਹਿ ਸਕਦੇ ਹੋ ਜਾਂ ਤੁਸੀਂ ਕਦੀ ਸਾਡੇ ਆਫਿਸ 'ਚ ਆ ਕੇ ਸਾਡੇ ਨਾਲ ਡਿਸਕਸ ਕਰ ਸਕਦੇ ਹੋ ਵੀ ਕਿਹੜੀਆਂ ਚੀਜ਼ਾਂ ਉਹ 'ਚ ਕਵਰਡ ਹੈਗੀਆਂ ਨੇ। ਰੈਗੂਲਰ ਆਕੂਪੇਸ਼ਨ ਤੇ ਉਹ ਐਨੀ ਆਕੂਪੇਸ਼ਨ ਇਹਦੇ ਵਿੱਚ ਬੜਾ ਜ਼ਿਆਦਾ ਫਰਕ ਹੈ ਕਿਉਂਕਿ ਰੈਗੂਲਰ ਆਕੂਪੇਸ਼ਨ ਜਿਹੜਾ ਤੁਸੀਂ ਆਲਰੇਡੀ ਕਰ ਰਹੇ ਹੋ ਹੁਣ 2 ਸਾਲ ਬਾਅਦ ਤੁਸੀਂ ਫਿਰ ਵੀ ਉਹ ਕੰਮ ਦੇ ਕਰਨ ਦੇ ਕਾਬਿਲ ਨਹੀਂ ਰਹੇ, ਲੇਕਿਨ ਹੁਣ ਕੰਪਨੀ ਕਹਿੰਦੀ ਕਿ ਤੁਸੀਂ ਆਹ ਕੰਮ ਕਰ ਲਓ ਲੇਕਿਨ ਤੁਹਾਨੂੰ ਉਹਦੀ ਸੈਲਰੀ ਘੱਟ ਮਿਲਦੀ ਹੈਗੀ ਹੈ, ਤੁਹਾਡਾ ਕਲੇਮ ਬੰਦ ਹੋ ਜਾਵੇਗਾ। ਸੋ ਇਹ ਜਿਹੜੀ ਚੀਜ਼ ਹੈਗੀ ਇਹਦੇ ਵਿੱਚ ਬੜਾ ਧਿਆਨ ਰੱਖਣਾ ਪੈਂਦਾ ਹੈਗਾ ਕਿ ਤੁਸੀਂ ਜਦੋਂ ਇੰਡੀਵਿਜੂਅਲ ਪਾਲਿਸੀ ਲੈਂਦੇ ਹੋ ਅਜਿਹੀ ਪਾਲਿਸੀ ਲਓ ਜਿਸ 'ਚ ਰੈਗੂਲਰ ਆਕੂਪੇਸ਼ਨ ਜਾਂ ਉਸ ਤੋਂ ਬਾਅਦ ਜਿਹੜਾ ਹੈਗਾ ਤੁਹਾਡੇ ਕੰਮ ਨਾਲ ਜਾਂ ਤੁਹਾਡੀ ਕਾਬਲੀਅਤ ਨਾਲ ਮਿਲਦਾ ਜੁਲਦਾ ਆਕੂਪੇਸ਼ਨ ਨਹੀਂ ਹੋਵੇ, ਨਾ ਕਿ ਤੁਹਾਨੂੰ ਬਿਲਕੁਲ ਕੋਈ ਮੀਨੀਅਲ ਜੀ ਜੌਬ ਦੇ ਕੇ ਤਾਂ ਤੁਹਾਡਾ ਕਲੇਮ ਬੰਦ ਕਰ ਦਿੱਤਾ ਜਾਵੇ ਦੇਖੋ ਤੁਸੀਂ ਕੰਮ ਕਰਨ ਦੇ ਕਾਬਿਲ ਹੈਗੇ ਹੁਣ ਤੁਸੀਂ ਕਲੇਮ ਨਹੀਂ ਲੈ ਸਕਦੇ ਹੈ। ਤੇ ਇਸ ਕਰਕੇ ਜਦੋਂ ਵੀ ਇੰਸ਼ੋਰੈਂਸ ਪਾਲਿਸੀ ਆਪਾਂ ਗਰੁੱਪ ਲਈ ਹੈਗੀ ਹੈ ਤਦ ਵੀ ਸਮਝਣਾ ਇੰਡੀਵਿਜੂਅਲ ਪਾਲਿਸੀ ਦੇ ਵਿੱਚ ਵੀ ਇਹ ਸਵਾਲ ਜ਼ਰੂਰ ਹੋਣਾ ਚਾਹੀਦਾ ਕਿ ਜੇ ਮੈਂ ਡਿਸੇਬਲ ਹੋ ਗਿਆ ਤੇ ਕਿੰਨੇ ਸਮੇਂ ਤੱਕ ਮੈਨੂੰ ਰੈਗੂਲਰ ਆਕੂਪੇਸ਼ਨ ਵਾਲੀ ਪੇਮੈਂਟ ਮਿਲੇਗੀ। ਤੁਸੀਂ ਇੰਡੀਵਿਜੂਅਲ ਜਦੋਂ ਡਿਸੇਬਿਲਿਟੀ ਇੰਸ਼ੋਰੈਂਸ ਦੀ ਗੱਲ ਕਰਦੇ ਹੋ ਜਾਂ ਪਰਸਨਲ ਡਿਸੇਬਿਲਿਟੀ ਇੰਸ਼ੋਰੈਂਸ ਦੀ ਗੱਲ ਕਰਦੇ ਹੋ ਉਹਦੇ ਵਿੱਚ ਕਿਹੜੀਆਂ ਪਾਲਿਸੀਜ਼ ਹੋ ਸਕਦੀਆਂ ਨੇ, ਮਤਲਬ ਕਿਸ ਟਾਈਪ ਦੀਆਂ ਪਾਲਿਸੀਜ਼ ਹੋ ਸਕਦੀਆਂ ਨੇ? ਜਿਹਦੇ ਉਹਦੇ ਵਿੱਚ ਜਿਹੜੀਆਂ ਹੈਗੀਆਂ ਨੇ ਵੈਸੇ ਤਾਂ ਬੇਸਿਕਲੀ ਹੈਗਾ ਕਿ ਜਿਹੜੀਆਂ ਵੀ ਇੰਡੀਵਿਜੂਅਲ ਪਾਲਿਸੀਜ਼ ਹੈਗੀਆਂ ਨੇ ਉਹਦੇ ਵਿੱਚ 2 ਸਾਲ 5 ਸਾਲ ਤੇ 7 ਸਾਲ ਅਪ ਟੂ ਦ ਏਜ 70 ਦੀ ਕਵਰੇਜ ਜਿਹੜੀ ਹੈਗੀ ਹੈ। ਫਿਰ ਉਹਦੇ ਵਿੱਚ ਜਿਹੜਾ ਬੇਸਿਕ ਚੀਜ਼ ਹੁੰਦੀ ਹੈ ਜਦੋਂ ਪ੍ਰੀਮੀਅਮ ਨੂੰ ਡਿਸਾਈਡ ਕਰਨ ਵਾਲੀ ਚੀਜ਼ ਹੁੰਦੀ ਹੈ ਦੋ ਚੀਜ਼ਾਂ ਹੁੰਦੀਆਂ ਤੁਹਾਡਾ ਕਿੱਤਾ ਕੀ ਹੈਗਾ। ਹਰ ਪ੍ਰੋਫੈਸ਼ਨ ਨੂੰ ਅਲੱਗ-ਅਲੱਗ ਤਰੀਕੇ ਦੀ ਹੀ ਨਜ਼ਰ ਨਾਲ ਵੇਖਿਆ ਜਾਂਦਾ ਹੈਗਾ, ਉਹਦਾ ਉੱਦਾਂ ਹੀ ਰਿਸਕ ਅਸੈਸਮੈਂਟ ਕੀਤੀ ਜਾਂਦੀ ਹੈ। ਨੰਬਰ 1 ਸੈਕੰਡ ਇਹ ਚੀਜ਼ ਹੈਗੀ ਹੈ ਤੁਸੀਂ ਵੇਟਿੰਗ ਪੀਰੀਅਡ ਕਿੰਨਾ ਲੈਣਾ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਅੱਜ ਡਿਸੇਬਿਲਿਟੀ ਹੋਈ ਤਾਂ ਮੈਨੂੰ ਕੱਲ ਤੋਂ ਕਲੇਮ ਮਿਲਣਾ ਸ਼ੁਰੂ ਹੋ ਜਾਵੇ ਇਮੀਡੀਏਟਲੀ ਕਲੇਮ ਮਿਲਣਾ ਸ਼ੁਰੂ ਹੋ ਜਾਵੇ ਤਾਂ ਡੈਫੀਨਿਟਲੀ ਉਹਦਾ ਪ੍ਰੀਮੀਅਮ ਜ਼ਿਆਦਾ ਹੋਵੇਗਾ। ਜੇ ਅਸੀਂ ਵੇਟ ਕਰ ਸਕਦੇ ਹਾਂ 30 ਡੇਜ਼ ਜਾਂ 112 ਦਿਨ 112 ਦਿਨ ਤੱਕ ਦੀ ਜਿਹੜੀ ਕੰਪਨੀਜ਼ ਵੇਟਿੰਗ ਲਗਾਉਂਦੇ ਨੇ ਤੁਹਾਡੇ ਕੋਲ ਪਹਿਲੇ ਫੋਰ ਐਗਜ਼ਾਮਪਲ EI ਬੈਨੀਫਿਟਸ ਹੈਗਾ ਕਿਉਂਕਿ EI ਬੈਨੀਫਿਟਸ ਵਿਲ ਬੀ ਦਾ ਫਰਸਟ ਪੇਅਰ ਜੀ ਹਮੇਸ਼ਾ EI ਅਗਰ ਤੁਹਾਡੀ ਇੰਡੀਵਿਜੂਅਲ ਉਹ ਵੀ ਹੈਗੀ ਆ ਪਾਲਿਸੀ ਵੀ ਹੈਗੀ ਤਾਂ EI ਨੇ ਪਹਿਲਾ ਬੈਨੀਫਿਟ ਦੇਣਾ। ਹਾਂ ਤੁਹਾਡੀ EI ਦੇ ਵਿੱਚ ਤੇ ਜਿਹੜੀ ਪਰਸਨਲ ਕਲੇਮ ਦੇ ਵਿੱਚ ਅਗਰ ਕੋਈ ਡਿਫਰੈਂਸ ਹੈ ਤਾਂ ਤੁਹਾਡੀ ਪਰਸਨਲ ਪਾਲਿਸੀ ਉੱਥੇ ਵੀ ਕੰਮ ਕਰੇਗੀ, ਪਰ ਜੇ ਤੁਹਾਡਾ EI ਕਲੇਮ ਆਲਰੇਡੀ ਹੀ ਜ਼ਿਆਦਾ ਹੈਗਾ ਤੁਹਾਡੀ ਪਰਸਨਲ ਨਾਲੋਂ ਤਾਂ ਪਹਿਲੇ EI ਕਲੇਮ ਭੁਗਤਾਇਆ ਜਾਵੇਗਾ 112 ਦਿਨਾਂ ਬਾਅਦ ਫਿਰ ਤੁਹਾਡੀ ਇੰਡੀਵਿਜੂਅਲ ਪਾਲਿਸੀ ਚੱਲਣੀ ਸ਼ੁਰੂ ਹੋ ਜਾਏਗੀ। ਆਮ ਤੌਰ ਤੇ ਕੀ ਹੈਗਾ ਕਿ ਅਸੀਂ ਸੁਜੈਸਟ ਇਹੀ ਕਰਦੇ ਹਾਂ ਕਿ ਅਗਰ ਤੁਸੀਂ ਕਵਰਡ ਹੈਗੇ ਹੋ EI ਦੇ ਵਿੱਚ ਤਾਂ ਤੁਸੀਂ ਹਮੇਸ਼ਾ ਵੇਟਿੰਗ ਪੀਰੀਅਡ 112 ਦਿਨ ਦਾ ਲਓ। ਉਹਦਾ ਰੀਜ਼ਨ ਕੀ ਹੈਗਾ ਕਿ ਤੁਹਾਡਾ ਪ੍ਰੀਮੀਅਮ ਉਹਨਾਂ ਘੱਟ ਜਾਵੇਗਾ ਤੇ ਜੇਕਰ ਤੁਸੀਂ ਇੰਡੀਵਿਜੂਅਲ ਹੈਗੇ ਹੋ ਸੈਲਫ ਇੰਪਲੋਇਡ ਹੈਗੇ ਹੋ ਤਾਂ ਫਿਰ 30 ਦਿਨਾਂ ਤੋਂ ਜ਼ਿਆਦਾ ਡਿਲੇ ਨਹੀਂ ਕਰਨਾ ਚਾਹੀਦਾ ਕਿਉਂਕਿ ਮੈਕਸਿਮਮ ਜਿਹੜੇ ਅੰਕੜੇ ਦੇਖੇ ਗਏ ਵੀ ਅਗਰ ਤੁਸੀਂ 90 ਦਿਨ ਤੱਕ ਡਿਲੇ ਕਰ ਲੈਂਦੇ ਹੋ ਮਤਲਬ ਤੁਹਾਡੀ ਡਿਸੇਬਿਲਿਟੀ 90 ਦਿਨ ਚੱਲਦੀ ਹੈਗੀ ਆ ਤੇ ਉਹ ਡਿਸੇਬਿਲਿਟੀ ਜਿਹੜੀ ਹੈਗੀ ਆ ਫਿਰ 3 ਸਾਲ 'ਚ ਬਦਲਣ 'ਚ ਟਾਈਮ ਨਹੀਂ ਲੱਗਦਾ ਕਿਉਂਕਿ 3 ਮਹੀਨੇ ਜਿਹੜਾ ਡਿਸੇਬਲ ਹੈਗਾ ਉਹ ਡਿਸੇਬਿਲਿਟੀ ਲੰਬੀ ਬਣ ਜਾਂਦੀ ਹੈਗੀ। ਬਿਲਕੁਲ ਜਿਵੇਂ ਤੁਸੀਂ ਕਿਹਾ ਲੌਂਗ ਟਰਮ ਦੀ ਡਿਸੇਬਿਲਿਟੀ ਲਈ ਜਾਂਦੀ ਬੈਨੀਫਿਟ ਸੋ ਇਸੇ ਤਰੀਕੇ ਨਾਲ ਇਹ ਸਾਰੀਆਂ ਪਾਲਿਸੀਜ਼ ਕੰਮ ਕਰਦੀਆਂ ਨੇ। ਇਹਦੇ ਬਾਰੇ ਤੁਸੀਂ ਸਾਰੀ ਜਾਣਕਾਰੀ ਦਿੰਦੇ ਹੋ ਜਦੋਂ ਕੋਈ ਤੁਹਾਡੇ ਕੋਲ ਆਉਂਦਾ ਆ। ਡੈਫੀਨਿਟਲੀ ਜੀ ਬਿਲਕੁਲ। ਜਦੋਂ ਕਲੇਮ ਦੀ ਗੱਲ ਕਰਦੇ ਹੋ ਤੁਸੀਂ ਕਲੇਮ ਦੀ ਗੱਲ ਕੀਤੀ ਹੈ ਕਲੇਮ ਲੈਣਾ ਅਕਸਰ ਕਿਹਾ ਜਾਂਦਾ ਕਿ ਇੰਸ਼ੋਰੈਂਸ ਕੰਪਨੀਆਂ ਤੋਂ ਕਲੇਮ ਲੈਣਾ ਕੋਈ ਸੌਖਾ ਕੰਮ ਨਹੀਂ ਹੈਗਾ। ਜਦੋਂ ਡਿਸੇਬਿਲਿਟੀ ਦੀ ਗੱਲ ਆਉਂਦੀ ਆ ਉਦੋਂ ਇਹ ਕਲੇਮ ਲੈਣੇ ਕਿੰਨੇ ਸੌਖੇ ਜਾਂ ਔਖੇ ਹੋ ਸਕਦੇ ਆ? ਤਾਂ ਜਿੱਦਾਂ ਹੁਣੀ ਮੈਂ ਉਸ ਪਹਿਲੇ ਵੀ ਸਵਾਲ ਦਾ ਜਵਾਬ ਦਿੱਤਾ ਕਿ ਕਲੇਮ ਬਹੁਤ ਕੁਝ ਡਿਪੈਂਡ ਕਰਦਾ ਹੈਗਾ ਕਿ ਤੁਸੀਂ ਉਸ ਡਿਸੇਬਿਲਿਟੀ ਨੂੰ ਕਿੱਦਾਂ ਦੇਖ ਰਹੇ ਹੋ ਕਿਉਂਕਿ ਫਿਰ ਉਹੀ ਗੱਲ ਹੈਗੀ ਕਿ ਜੇ ਤੁਹਾਡੀ ਪਰਸੈਪਸ਼ਨ ਕਿਸੇ ਚੀਜ਼ ਨੂੰ ਲੈ ਕੇ ਹੈਗਾ ਕਿ ਇਹ ਡਿਸੇਬਿਲਿਟੀ ਹੈਗੀ ਹੈ ਵੇਅਰਐਜ਼ ਉਹ ਡਿਸੇਬਿਲਿਟੀ ਦੀ ਡੈਫੀਨੇਸ਼ਨ ਨਹੀਂ ਆਉਂਦੀ ਤਾਂ ਡੈਫੀਨਿਟਲੀ ਉੱਥੇ ਡਿਸਕਸ਼ਨ ਹੋਏਗੀ ਇਸ ਮਾਮਲੇ 'ਚ ਕਿਉਂਕਿ ਤੁਸੀਂ ਉਹਨੂੰ ਡਿਸੇਬਿਲਿਟੀ ਕਹਿ ਰਹੇ ਹੋ ਯੂ ਆਰ ਨਾਟ ਏਬਲ ਟੂ ਵਰਕ ਲੇਕਿਨ ਉਹ ਸਿਸਟਮ ਉਵੇਂ ਨਹੀਂ ਹੈਗਾ। ਨੰਬਰ 1 ਸੈਕੰਡ ਇਹ ਚੀਜ਼ ਹੈਗੀ ਹੈ ਕਿ ਤੁਸੀਂ ਡਾਕਟਰ ਕੋਲ ਜਦੋਂ ਜਾਂਦੇ ਹੋ ਔਰ ਤੁਸੀਂ ਐਡਵਾਈਜ਼ਰ ਦੀ ਸਲਾਹ ਲੈਂਦੇ ਹੋ ਕਿਉਂਕਿ ਦੇਖੋ ਗੱਲ ਹੈਗਾ ਕਿ ਐਡਵਾਈਜ਼ਰ ਦਾ ਉੱਥੇ ਰੋਲ ਉਨਾ ਕੁ ਹੈਗਾ ਕਿ ਐਟਲੀਸਟ ਯੂ ਕੈਨ ਟਾਕ ਟੂ ਦ ਐਡਵਾਈਜ਼ਰ ਹੀ ਕੈਨ ਗਿਵ ਯੂ ਦ ਇਨਫੋਰਮੇਸ਼ਨ ਕਿ ਹੁਣ ਤੁਹਾਨੂੰ ਕੀ ਕਰਨਾ ਚਾਹੀਦਾ ਹੈਗਾ। ਲੇਕਿਨ ਹਾਂ ਡਿਸਾਈਡ ਕਿਹਨੇ ਕਰਨਾ ਕਿ ਵੈਦਰ ਇਟਸ ਅ ਡਿਸੇਬਿਲਿਟੀ অর ਨਾਟ ਉਹ ਦੈਟ ਇਜ਼ ਬਿਟਵੀਨ ਦ ਡਾਕਟਰਸ ਰਿਪੋਰਟ ਐਂਡ ਦ ਕੰਪਨੀ ਜਿੱਥੇ ਆਮ ਤੌਰ ਤੇ ਬੋਨ ਆਫ ਕੰਟੈਂਸ਼ਨ ਹੁੰਦੀ ਹੈ ਜਿੱਥੇ ਆਮ ਤੌਰ ਤੇ ਰੌਲਾ ਪੈਂਦਾ ਹੈਗਾ ਕਿ ਮੈਨੂੰ ਲੱਗ ਰਿਹਾ ਕਿ ਮੈਂ ਡਿਸੇਬਲ ਹੈਗਾ ਲੇਕਿਨ ਕੰਪਨੀ ਦੀ ਨਿਗਾਹ 'ਚ ਜੇ ਤੁਸੀਂ ਡਿਸੇਬਲ ਨਹੀਂ ਹੈਗੇ ਯੂ ਕੈਨ ਵਰਕ। ਠੀਕ ਹੈ ਖਾਸ ਕਰ WSAB ਦੇ ਮਾਮਲੇ 'ਚ ਇਹ ਚੀਜ਼ ਹੈਗੀ ਕਿ ਇੰਪਲੋਇਰ ਨੇ ਪ੍ਰੀਮੀਅਮ ਦੇਣਾ ਹੁੰਦਾ ਤਾਂ ਇੰਪਲੋਇਰ ਦੀ ਡੈਫੀਨੇਸ਼ਨ ਡਿਸੇਬਿਲਿਟੀ ਦੀ ਡਿਫਰੈਂਟ ਹੋ ਸਕਦੀ ਹੈ। ਇੰਡੀਵਿਜੂਅਲ ਦੇ ਵਿੱਚ ਤੁਹਾਡੇ ਡਾਕਟਰ ਨੇ ਅਗਰ ਕਹਿ ਦਿੱਤਾ ਕਿ ਯੂ ਆਰ ਨਾਟ ਏਬਲ ਟੂ ਯੂ ਆਰ ਨਾਟ ਫਿਟ ਟੂ ਵਰਕ ਦੈਨ ਕੰਪਨੀ ਹੈਜ਼ ਟੂ ਆਨਰ ਦੈਟ ਸਟੇਟਮੈਂਟ ਕੰਪਨੀ ਉਹਨੂੰ ਚੈਲੰਜ ਨਹੀਂ ਕਰ ਸਕਦੀ।
ਜਿਵੇਂ ਤੁਸੀਂ ਕਿਹਾ ਕੰਪਨੀ ਚੈਲੰਜ ਨਹੀਂ ਕਰ ਸਕਦੀ, ਆਮ ਤੌਰ ਤੇ ਕਿੰਨੇ ਕੁ ਸਮੇਂ ਦੇ ਵਿੱਚ ਤੁਸੀਂ ਕਲੇਮ ਲਈ ਐਲੀਜੀਬਲ ਹੋ ਜਾਂਦੇ ਹੋ ਜੇ ਡਾਕਟਰ ਲਿਖ ਕੇ ਦਿੰਦਾ ਨੋਟ? ਕੀ ਸਾਨੂੰ ਬਹੁਤ ਲੰਬੇ ਟਾਈਮ ਲਈ ਵੇਟ ਕਰਨਾ ਪੈਂਦਾ ਜਾਂ ਇਮੀਡੀਏਟਲੀ ਸਾਡਾ ਜਿਵੇਂ ਜਿਹੜਾ ਸਾਡਾ ਬੈਨੀਫਿਟ ਲਿਆ ਹੋਇਆ ਜਾਂ ਜਿਹੜੀ ਇੰਸ਼ੋਰੈਂਸ ਅਸੀਂ ਪਾਲਿਸੀ ਲਈ ਆ ਉਹਦੇ ਅਕੋਰਡਿੰਗ ਸਾਨੂੰ ਕਲੇਮ ਮਿਲਣਾ ਸ਼ੁਰੂ ਹੋ ਜਾਂਦਾ? ਇਹਦੇ ਵਿੱਚ ਕੋਈ ਵੀ ਡਿਲੇ ਨਹੀਂ ਹੁੰਦਾ ਨਹੀਂ ਜੀ। delay ਜੇ ਹੁੰਦਾ। ਕਲੇਮ ਬਿਲਕੁਲ ਜੈਨੂਇਨ ਹੈਗਾ ਤੇ ਰਾਈਟ ਅਵੇ ਜਦੋਂ ਆਪਣਾ ਵੇਟਿੰਗ ਪੀਰੀਅਡ ਖਤਮ ਹੋਇਆ, ਜੇ ਮੰਨ ਲਓ 30 ਦਿਨ ਦਾ ਵੇਟਿੰਗ ਪੀਰੀਅਡ ਹੈਗਾ ਆ ਤੇ 30 ਦਿਨ ਤੱਕ ਉਹ ਡਿਸੇਬਿਲਿਟੀ ਚੱਲ ਰਹੀ ਹੈਗੀ ਆ ਤੇ ਇਮੀਡੀਏਟਲੀ ਯੂ ਗੈਟ ਦਾ ਕਲੇਮ। ਜਿਵੇਂ ਤੁਸੀਂ ਕਲੇਮ ਦੀ ਗੱਲ ਕੀਤੀ ਆ, ਸੋ ਜਿਵੇਂ ਮੈਨੂੰ ਕੋਈ ਡਿਸੇਬਿਲਿਟੀ ਹੋ ਗਈ ਆ, ਮੈਂ ਨਾਲ ਦੀ ਨਾਲ ਡਿਸੇਬਿਲਿਟੀ ਆਪਣੀ ਇੰਸ਼ੋਰੈਂਸ ਲੈ ਰਹੀ ਆ ਜਾਂ WSI ਵੀ ਲੈ ਰਹੀ ਆ, ਹੈਵੀ ਵਰਕ ਮੈਂ ਨਹੀਂ ਕਰ ਸਕਦੀ ਇਸ ਲਈ ਮੈਨੂੰ ਡਿਸੇਬਿਲਿਟੀ ਦਿੱਤਾ ਜਾ ਰਿਹਾ ਵਾ, ਬਟ ਕੀ ਮੈਂ ਕੋਈ ਲਾਈਟ ਵੇਟ ਵਰਕ ਕਰ ਸਕਦੀ ਹਾਂ ਜਾਂ ਮੈਂ ਕੋਈ ਘਰੋਂ ਵਰਕ ਫਰੋਮ ਹੋਮ ਕਰ ਸਕਦੀ ਹਾਂ ਇੱਕ ਐਕਸਟਰਾ ਇਨਕਮ ਦੇ ਲਈ? ਦੇਖੋ ਫਿਰ ਜੇ ਰੈਗੂਲਰ ਇਨਕਮ ਜੀ ਗੱਲ ਕਰਾਂਗੇ ਆਪਾਂ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਕਰਨ ਜੀ ਵੈਰੀ ਗੁੱਡ ਇਵਨਿੰਗ ਜੀ। ਮੈਂ ਬੋਸਟਨ ਤੋਂ ਬੋਲ ਰਿਹਾ। ਡਿਸੇਬਿਲਿਟੀ ਪਾਲਿਸੀ ਜੇ ਆਪਣੀ ਵਾਈਫ ਲਈ ਹੋਵੇ, ਪ੍ਰੈਗਨੈਂਟ ਹੋਵੇ ਤਾਂ 6 ਮੰਥ ਚਾਹੇ ਡਾਕਟਰਸ 6 ਮੰਥ ਦੇ ਵਿੱਚ ਕਹਿ ਦਿੰਦੇ ਆ ਕਿ ਯੂ ਆਰ ਪ੍ਰੈਗਨੈਂਟ ਐਂਡ ਯੂ ਡੂ ਨਾਟ ਡੂ ਟੂ ਵਰਕ, ਦੈਨ ਕੀ ਹੋਊਗਾ ਜੀ? ਦੈਨ ਜਿਹੜੀ ਡਿਸੇਬਿਲਿਟੀ ਪਾਲਿਸੀ ਆ ਉਹ ਹੈਗੀ ਆ ਜਿੱਦਾਂ ਵੈਸੇ ਜੇ ਤੁਸੀਂ ਡਿਸੇਬਲ ਹੋ ਜਾਂਦੇ ਆ ਉਹ ਕਹਿੰਦੇ 3 ਸਾਲ ਲਈ ਤੁਹਾਨੂੰ ਮਿਲੂਗੀ, ਬਟ ਪ੍ਰੈਗਨੈਂਟ ਦੇ ਵਿੱਚ ਕਿੰਨੀ ਟਾਈਮ ਲਈ ਮਿਲੂਗੀ ਪਲੀਜ਼ ਦੱਸਿਓ। ਆਪਾਂ ਕੁਝ ਪੁੱਛਣਾ ਹੈ ਆਨਸਰ ਨਹੀਂ, thank you ਤੁਸੀਂ very ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਕਾਲ ਕਰਨ ਲਈ ਜੀ ਸਰ। ਤਰਨ ਜੀ, ਪ੍ਰੈਗਨੈਂਸੀ ਜਿਹੜੀ ਹੈਗੀ ਆ ਉਹ ਇੱਕ ਪਲਾਨਡ ਚੀਜ਼ ਹੈਗੀ ਆ, ਉਹ ਐਕਸੀਡੈਂਟ ਨਹੀਂ ਹੈਗਾ ਐਂਡ ਮੋਰ ਓਵਰ ਇਟਸ ਨਾਟ ਅ ਇੰਜਰੀ। ਸਿਰਫ ਅਸੀਂ ਕੰਮ ਕਰ ਰਹੇ ਹਾਂ ਕਿਉਂਕਿ ਵੀ ਹੈਵ ਟੂ ਗਿਵ ਬਰਥ ਟੂ ਅ ਬੇਬੀ, ਉੱਥੇ ਉਹ ਡਿਸੇਬਿਲਿਟੀ ਨਹੀਂ ਮੰਨੀ ਜਾਂਦੀ ਹੈਗੀ। ਉਹਨੂੰ ਅਸੀਂ ਸਿਕਨੈਸ ਲੀਵ ਦੇ ਵਿੱਚ ਜ਼ਰੂਰ ਲੈ ਲੈਂਦੇ ਹੈਗੇ, ਜਦੋਂ ਆਪਾਂ ਸਿਕਨੈਸ ਬੈਨੀਫਿਟਸ ਦੇ ਵਿੱਚ ਆਪਾਂ ਲੈਂਦੇ ਜਾਂ ਮੈਟਰਨਿਟੀ ਬੈਨੀਫਿਟਸ ਮਿਲਦੇ ਨੇ, ਬਟ ਉਹ ਦੈਟ ਇਜ਼ ਨਾਟ ਕਾਊਂਟਡ ਐਜ਼ ਅ ਡਿਸੇਬਿਲਿਟੀ। ਸੋ ਉੱਥੇ ਕਲੇਮ ਦਾ ਕੋਈ ਚੱਕਰ ਨਹੀਂ ਹੈਗਾ। ਪਰ ਜਿਵੇਂ ਆਪਾਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਹੈਵੀ ਵਰਕ ਕਰ ਰਹੇ ਨੇ ਤੇ ਡਿਊ ਟੂ ਦਿਸ ਕੰਡੀਸ਼ਨ ਕਿ ਉਹ ਹੈਵੀ ਵਰਕ ਨਹੀਂ ਕਰ ਸਕਦੇ ਹੈਗੇ, ਤਾਂ ਉਸ ਵਕਤ ਫਿਰ ਉਹ ਐਲੀਜੀਬਲ ਨਹੀਂ ਹੋਣਗੇ ਡਿਸੇਬਿਲਿਟੀ ਦੇ? ਦੇਖੋ ਫਿਰ ਇਹੀ ਗੱਲ ਹੈ, ਡਿਸੇਬਿਲਿਟੀ ਦਾ ਮਤਲਬ ਕਿ ਜਿਹੜੀ ਹੁਣ ਮੈਂ ਇੰਡੀਵਿਜੂਅਲ ਡਿਸੇਬਿਲਿਟੀ ਦੀ ਗੱਲ ਕਰਦਾ, ਰੈਗੂਲਰ ਆਕੂਪੇਸ਼ਨ। ਤੁਸੀਂ ਜਦੋਂ ਰੈਗੂਲਰ ਆਕੂਪੇਸ਼ਨ ਯਾਨੀ ਕਿ ਜਿਹੜਾ ਆਕੂਪੇਸ਼ਨ ਤੁਸੀਂ ਕਰ ਰਹੇ ਸੀ, ਇਫ ਯੂ ਆਰ ਨਾਟ ਏਬਲ ਟੂ ਵਰਕ, ਇਟ ਮੀਨਸ ਯੂ ਵਿਲ ਗੈਟ ਦੈਟ ਮਨੀ। ਹੁਣ ਤੁਸੀਂ ਕਿਹਾ ਕਿ ਤੁਹਾਡਾ ਕੰਮ ਹੈਗਾ, ਫੋਰ ਐਗਜ਼ਾਮਪਲ ਯੂ ਆਰ ਅ ਵੈਲਡਰ ਨਾਓ, ਹੈ ਨਾ, ਤੁਸੀਂ ਵੈਲਡਿੰਗ ਦਾ ਕੰਮ ਕਰਦੇ ਸੀ, ਡਿਸੇਬਲ ਹੋ ਗਏ, ਯੂ ਆਰ ਨਾਟ ਏਬਲ ਟੂ ਵਰਕ। ਹੁਣ ਤੁਸੀਂ ਕੰਮ ਕੀ ਕਰਨਾ ਸ਼ੁਰੂ ਕਰ ਦਿੱਤਾ, ਤੁਸੀਂ ਘਰ ਬੈਠ ਕੇ ਕੁਝ ਵੀ ਪੇਪਰ ਵਰਕ ਕਰਨਾ ਸ਼ੁਰੂ ਕਰ ਦਿੱਤਾ, ਯੂ ਆਰ ਅਰਨਿੰਗ ਮਨੀ ਔਨ ਦੈਟ, ਪਰ ਤੁਸੀਂ ਕੀ ਨਹੀਂ ਕਰ ਪਾ ਰਹੇ ਆਪਣਾ ਰੈਗੂਲਰ ਆਕੂਪੇਸ਼ਨ, ਜੋ ਹਾਂ ਕੰਮ ਠੀਕ ਹੈ ਨਾ ਜੀ, ਰੈਗੂਲਰ ਨਹੀਂ ਕਰ ਪਾ ਰਹੇ, ਇਟ ਮੀਨਸ ਯੂ ਵਿਲ ਗੈਟ ਦੈਟ ਮਨੀ, ਕਿਉਂਕਿ ਤੁਸੀਂ ਰੈਗੂਲਰ ਆਕੂਪੇਸ਼ਨ ਪਹਿਲੇ 2 ਸਾਲ ਦੀ ਡੈਫੀਨੇਸ਼ਨ ਸੀ ਰੈਗੂਲਰ ਆਕੂਪੇਸ਼ਨ ਦੀ। ਤੁਸੀਂ ਰੈਗੂਲਰ ਆਕੂਪੇਸ਼ਨ ਜਿਹੜਾ ਤੁਸੀਂ ਤੁਹਾਡਾ ਆਪਣਾ ਕੀਤਾ ਸੀ ਤੁਸੀਂ ਨਹੀਂ ਕਰ ਪਾ ਰਹੇ, ਇਟ ਮੀਨਸ ਯੂ ਵਿਲ ਗੈਟ ਦੈਟ ਮਨੀ। ਇਟ ਡਸਨਟ ਮੈਟਰ ਕਿ ਤੁਸੀਂ ਆਪਣਾ ਕੋਈ ਕੰਮ ਕਰ ਰਹੇ ਹੋ ਕਿ ਨਹੀਂ ਕਰ ਰਹੇ ਹੋ। ਮੇਰਾ ਆਖਰੀ ਸਵਾਲ ਵੀ ਇਸੇ ਨਾਲ ਰੈਲੇਵੈਂਟ ਸੀਗਾ ਕਿ ਜੇਕਰ ਮੈਂ ਡਿਸੇਬਿਲਿਟੀ ਕਲੇਮ ਲੈ ਰਹੀ ਹਾਂ, ਇੰਸ਼ੋਰੈਂਸ ਲੈ ਰਹੀ ਹਾਂ, ਤੇ ਇਸ ਤੋਂ ਇਲਾਵਾ ਮੈਂ ਕੋਈ ਸੈਕੰਡਰੀ ਨਾਲ ਦੀ ਨਾਲ ਕੰਮ ਕਰਨਾ ਸ਼ੁਰੂ ਕਰ ਦੇਵਾਂ, ਮੈਂ ਐਕਚੁਅਲੀ ਆਪਣਾ ਜਿਹੜਾ ਮੇਰਾ ਪ੍ਰਾਇੋਰਟੀ ਹੈ ਜਿਹੜਾ ਕੀਤਾ ਉਹ ਮੈਂ ਨਹੀਂ ਕਰ ਰਹੀ, ਸੈਕੰਡਰੀ ਜੌਬ ਮੈਂ ਕਰ ਰਹੀ ਹਾਂ, ਕੀ ਮੈਨੂੰ ਤਾਂ ਵੀ ਕਲੇਮ ਮਿਲਦਾ ਰਹੇਗਾ? ਤਰਨ ਜੀ ਫਿਰ ਉਹੀ ਹੈ, ਜਿਹੜੇ ਅਗਰ ਤਾਂ ਪਹਿਲੇ ਤੁਸੀਂ 2 ਸਾਲ ਰੈਗੂਲਰ ਆਕੂਪੇਸ਼ਨ ਦੇ ਵਿੱਚ ਆਉਂਦੇ ਹੋ ਤਦ ਤੱਕ ਤਾਂ ਕਲੇਮ ਮਿਲੇਗਾ, ਲੇਕਿਨ ਜਦੋਂ ਐਨੀ ਆਕੂਪੇਸ਼ਨ ਹੋ ਗਿਆ ਫਿਰ ਤੁਹਾਨੂੰ ਫਿਰ ਕਲੇਮ ਨਹੀਂ ਮਿਲੇਗਾ। ਜੀ ਗੱਲ ਕਰਾਂਗੇ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਕਰਮਜੀਤ ਸਿੰਘ ਹੈ, ਕੈਲਗਰੀ ਤੋਂ ਬੋਲਦੇ ਹਾਂ ਜੀ। ਆਪਾਂ ਸਵਾਲ ਇਹ ਸੀਗਾ ਜਿੱਦਾਂ ਮੈਂ ਫਤ ਲੱਗੀ ਨੂੰ ਹੋ ਗਿਆ 3 ਸਾਲ ਤੇ WCB ਤੇ ਸੀ, ਤੇ ਹੁਣ ਇਹਨਾਂ ਤੋਂ ਇਹ ਪਤਾ ਕਰਨਾ ਸੀ ਭਾਈ ਉਹਨਾਂ ਤੋਂ ਜਿਹੜੀ RDSP ਆ ਉਹ ਅਪਰੂਵਲ ਹੋ ਗਈ ਹੈ, ਤੇ ਉਹਦੇ ਲਈ ਆਪਾਂ ਕਿਹੜੇ ਬੈਨੀਫਿਟ ਲੈ ਸਕਦੇ ਹਾਂ, ਉਹਦੇ ਲਈ ਕੀ ਕਰਨਾ ਪਊ ਸਾਨੂੰ? ਤੁਸੀਂ RDSP ਬਾਰੇ ਜਾਣਨਾ ਚਾਹੁੰਦੇ ਹੋ ਜੀ? ਹਾਂਜੀ, ਉਹ ਜਦੋਂ ਫੈਮਿਲੀ ਡਾਕਟਰ ਨੇ ਲਿਖ ਕੇ ਭੇਜਿਆ ਸੀ ਤੇ ਉਹ ਅਪਰੂਵਲ ਹੋ ਗਈ ਆ, ਤੇ ਉਹਦੇ ਬਾਰੇ ਆਪਾਂ ਪਤਾ ਕਰਨਾ ਚਾਹੁੰਦੇ, ਜਦੋਂ ਅਪਰੂਵਲ ਹੋ ਕੇ ਲੈਟਰ ਆਇਆ ਘਰ ਤੇ ਅਸੀਂ ਕੀ ਕਰ ਸਕਦੇ ਹਾਂ ਉਹਦੇ ਲਈ, ਫਿਰ ਤੁਹਾਡੇ ਨਾਲ ਕਨੈਕਟ ਕਰ ਲਵਾਂਗੇ ਬਾਅਦ। ਭਾਜੀ ਇੱਕ ਸਵਾਲ ਮੈਂ ਤੁਹਾਨੂੰ ਹੋਰ ਪੁੱਛਣਾ ਚਾਹਾਂਗਾ, ਕੀ ਤੁਸੀਂ ਡਿਸੇਬਿਲਿਟੀ ਟੈਕਸ ਕ੍ਰੈਡਿਟ ਲਈ ਫਾਈਲ ਕੀਤਾ ਹੋਇਆ? ਤੁਹਾਨੂੰ CRA ਨੇ DTC ਅਪਲਾਈ ਅਲਾਉ ਕੀਤਾ ਤੁਹਾਨੂੰ? ਹਾਂਜੀ, ਉਹਨੇ ਉਦੋਂ ਅਪਰੂਵਲ ਹੋ ਕੇ ਆਈ ਹੈ ਜੋ ਕਿ ਤੁਸੀਂ ਐਲੀਜੀਬਲ ਹੈ। ਨਹੀਂ, ਤੁਸੀਂ CRA ਤੋਂ ਅਪਰੂਵਲ ਹੋ ਕੇ ਆਈ ਕਿ ਤੁਹਾਨੂੰ ਡਾਕਟਰ ਨੇ ਲਿਖ ਕੇ ਭੇਜਿਆ ਹੈ ਫਾਰਮ, ਜਿਹੜਾ T220 ਇੱਕ ਜਿਹੜਾ ਤੁਸੀਂ ਭੇਜਿਆ ਸੀ ਫਾਰਮ ਉੱਤੇ? ਹਾਂਜੀ, ਉਹ ਭੇਜਿਆ ਸੀ ਫਿਲ ਕਰਕੇ। ਓਕੇ, ਚਲੋ ਮੈਂ ਤੁਹਾਨੂੰ ਸਕਰੀਨ ਤੇ ਦਾ ਜਵਾਬ ਦੇ ਦਿੰਦਾ ਜੀ। ਥੈਂਕ ਯੂ ਸੋ ਮਚ ਜੀ ਕਾਲ ਕੀਤੀ ਤੁਸੀਂ ਪ੍ਰੋਗਰਾਮ 'ਚ। ਜੀ ਸਰ। ਮੈਮ ਵੈਸੇ ਮੈਂ RDSP ਅਗਲੇ ਲਈ ਰੱਖਣਾ ਚਾਹੁੰਦਾ ਸੀ, ਪਰ ਚਲੋ ਇਹਨਾਂ ਨੇ ਟੱਚ ਕੀਤਾ ਸਵਾਲ, ਕਿਉਂਕਿ RDSP ਥੋੜਾ ਜਿਹਾ ਆਪਾਂ ਗੱਲ ਕਰ ਹਾਂ ਥੋੜਾ ਜਿਹਾ, ਜਿੱਦਾਂ ਅਸੀਂ RRSP ਔਰ TFS ਦੀ ਗੱਲ ਕੀਤੀ ਸੀ, RDSP ਤੋਂ ਬਹੁਤ ਲੋਕ ਅਣਜਾਣ ਹੈਗੇ ਨੇ, ਔਰ ਖਾਸ ਕਰ ਜਿਨ੍ਹਾਂ ਦੇ ਕੋਈ ਡਿਸੇਬਲ ਬੱਚਾ ਜਾਂ ਵਿਅਕਤੀ ਹੈਗਾ ਘਰ, ਉਹਨਾਂ ਨੂੰ ਗਵਰਨਮੈਂਟ ਨੇ ਇੱਕ ਬੈਨੀਫਿਟ ਦਿੱਤਾ ਹੋਇਆ ਹੈਗਾ ਕਿ ਤੁਸੀਂ RDSP ਦੇ ਵਿੱਚ ਅਗਰ ਕੰਟਰੀਬਿਊਟ ਕਰਦੇ ਹੋ ਤਾਂ ਗਵਰਨਮੈਂਟ ਮੈਚਿਸ ਯੂਰ ਕੰਟਰੀਬਿਊਸ਼ਨ। ਤੁਸੀਂ ਅਗਰ $1500 ਸਾਲ ਦਾ ਦਿੰਦੇ ਹੋ ਤਾਂ $3500 ਗਵਰਨਮੈਂਟ ਉਹ 'ਚ ਐਡ ਕਰਦੀ ਹੈਗੀ ਹੈ ਐਵਰੀ ਈਅਰ ਅਪ ਟੂ ਦ ਏਜ 49 ਤੱਕ। $2 ਲੱਖ ਤੱਕ ਗਵਰਨਮੈਂਟ ਉੱਥੇ ਮੈਚ ਕਰਦੀ ਹੈਗੀ ਉਹਦੇ ਵਿੱਚ। ਲੇਕਿਨ ਮੈਂ ਅਗਲੀ ਵਾਰੀ ਜੇ ਹੋਇਆ ਤਾਂ ਮੈਂ ਵਿਸਥਾਰ ਨਾਲ ਇਸ ਟੌਪਿਕ ਤੇ ਗੱਲ ਕਰਨਾ ਚਾਹਾਂਗਾ, ਕਿਉਂਕਿ RDSP ਵਿੱਚ ਤੁਸੀਂ ਗਵਰਨਮੈਂਟ ਤੋਂ ਫ੍ਰੀ ਮਨੀ ਲੈ ਸਕਦੇ ਹੋ ਜਦ ਤੱਕ ਤੁਸੀਂ ਉਸ ਉਹਦੇ ਵਿੱਚ ਆਉਂਦੇ ਡੈਫੀਨੇਸ਼ਨ 'ਚ ਆਉਂਦੇ ਹੈਗੇ ਹੋ। ਤੁਹਾਨੂੰ ਇਹਦੇ ਲਈ ਕੀ ਹੁੰਦਾ ਹੈਗਾ ਕਿ ਤੁਹਾਨੂੰ ਇੱਕ ਡਾਕਟਰ ਨੂੰ, ਆਪਣਾ ਜਿਹੜਾ ਫੈਮਿਲੀ ਡਾਕਟਰ ਹੈ ਉਹਦੇ ਕੋਲ ਅਪਰੋਚ ਕਰਨੀ ਪੈਂਦੀ ਹੈ, ਦੈਨ ਇੱਕ ਫਾਰਮਸ ਹੁੰਦੇ ਨੇ ਜਿਹੜੇ CRA ਤੋਂ ਇਸ਼ੂ ਹੁੰਦੇ ਨੇ, ਉਹ ਫਾਰਮ ਭਰ ਕੇ ਡਾਕਟਰ ਤੁਹਾਡੇ ਫਾਰਮ ਭਰਦਾ ਹੈ,
ਜਿਹ 'ਚੋਂ ਅਸਰਟੇਨ ਕਰਦਾ ਕਿ ਜਿਹੜੀ ਤੁਹਾਡੀ ਡਿਸੇਬਿਲਿਟੀ ਹੈਗੀ ਹੈ ਲੌਂਗ ਟਰਮ ਹੈਗੀ ਆ, ਪ੍ਰੋਲੋਂਗਡ ਹੈਗੀ ਆ, ਤੇ ਉਹਨੂੰ ਛੇਤੀ ਕਿਤੇ ਠੀਕ ਨਹੀਂ ਹੋ ਸਕਦੀ। ਦੈਨ ਵਾਟ ਵਿਲ ਹੈਪਨ ਕਿ CRA ਤੁਹਾਨੂੰ DTC ਡਿਸੇਬਿਲਿਟੀ ਟੈਕਸ ਕ੍ਰੈਡਿਟ ਅਲਾਉ ਕਰਦਾ ਹੈਗਾ। ਓਨਲੀ ਦੈਨ ਯੂ ਕੈਨ ਓਪਨ RDSP। ਜੀ, ਇਹਦੇ ਬਾਰੇ ਆਪਾਂ ਬਾਕੀ ਜਾਣਕਾਰੀ ਦੇਵਾਂਗੇ। ਪਹਿਲਾਂ ਇੱਕ ਦਰਸ਼ਕ ਹੋ ਚੁੱਕੇ ਨੇ, ਕਾਲ ਅਸੀਂ ਉਹਨਾਂ ਦੀ ਵੀ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਕੈਲਗਰੀ ਤੋਂ ਬੋਲਦੀ ਹਾਂ। ਹਾਂਜੀ ਹਾਂਜੀ ਭੈਣ ਜੀ, ਮੈਂ ਪੁੱਛਣਾ ਸੀਗਾ ਵੀ ਡਿਸੇਬਿਲਟੀ ਜਿਹੜੀ ਇੰਸ਼ੋਰੈਂਸ ਹੈ ਕਿੰਨੇ ਤੋਂ ਸਟਾਰਟ ਹੁੰਦੀ ਹੈ? ਵੀ ਜੇ ਕਿਸੇ ਨੂੰ ਜਿਵੇਂ ਹਨ BP ਵੀ ਆ, ਸ਼ੂਗਰ ਵੀ ਆ, ਤੇ ਜਿਵੇਂ ਕੋਲੇਸਟ੍ਰੋਲ ਵੀ ਆ, ਤੇ ਇਹਦੀ ਪ੍ਰਾਈਸ ਕੀ ਚੱਲਦੀ ਹੈ? ਪਹਿਲਾਂ ਡਿਸੇਬਿਲਟੀ ਮੇਰੀ ਕਰਵਾਈ ਨਹੀਂ ਹੋਈ ਵੀ ਮੈਂ ਇਹ ਪੁੱਛਣਾ ਵੀ ਕਿੰਨੇ ਤੋਂ ਸ਼ੁਰੂ ਹੁੰਦੀ ਹੈ? ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਨਾ? ਨਹੀਂ, ਬਸ ਥੈਂਕ ਯੂ। ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ। ਇਸ ਤੋਂ ਪਹਿਲਾਂ ਵਾਲਿਆਂ ਦਾ ਆਪਣਾ ਆਨਸਰ। ਹਾਂ, ਮੈਂ ਪਹਿਲੇ ਆਂਦਾ RDSP ਦਾ ਮੈਂ ਦੱਸਣਾ, ਜਿਹੜਾ ਫਿਰ ਮੈਂ ਇਹਨਾਂ ਦਾ ਜਵਾਬ ਦੇਣਾ ਕਿ RDSP ਜਿਹੜੀ ਹੈਗੀ ਆ ਉਹ ਇੱਕ ਰਜਿਸਟਰਡ ਸੇਵਿੰਗ ਪਲਾਨ ਹੈਗਾ। ਅਸੀਂ ਉਸ ਵਿਅਕਤੀ ਲਈ ਕਰਵਾਉਂਦੇ ਹਾਂ ਕਿ ਜਿਹੜਾ ਵਿਅਕਤੀ ਡਿਸੇਬਲ ਹੈਗਾ, ਉਹਨਾਂ ਦੀ ਇਨਕਮ ਹੈ ਨਹੀਂਗੀ ਕੋਈ, ਲੇਕਿਨ ਜਦੋਂ ਉਹ ਰਿਟਾਇਰਮੈਂਟ ਤੇ ਜਾਵੇਗਾ ਤਾਂ ਉਹਨੂੰ ਇੱਕ ਇਨਕਮ ਚਾਹੀਦੀ ਹੈ, ਫਿਕਸ ਇਨਕਮ ਚਾਹੀਦੀ ਹੈ, ਤਾਂ ਫਿਰ RDSP 'ਚ ਇੰਨਾ ਪੈਸਾ ਜੁੜ ਜਾਂਦਾ ਹੈ। ਕਿਉਂਕਿ ਅਗਰ ਛੋਟੇ ਬੱਚੇ ਦੀ ਹੈਗੀ, ਫੋਰ ਐਗਜ਼ਾਮਪਲ ਕਈ ਵਾਰ ਅਸੀਂ ਦੇਖਦੇ ਆਟਿਜ਼ਮ ਜਾਂ ਕੁਝ ਜਿਹੜੇ ਹਾਈ ਸਪੈਕਟਰਮ ਤੇ ਹੁੰਦੇ ਨੇ, ਅਗਰ DTC ਅਗਰ CRA ਉਹਨਾਂ ਨੂੰ ਡਿਸੇਬਿਲਿਟੀ ਟੈਕਸ ਕ੍ਰੈਡਿਟ ਦੇ ਦਿੰਦਾ ਹੈਗਾ, ਦੈਨ ਯੂ ਕੈਨ ਓਪਨ RDSP। ਤੁਸੀਂ ਫਿਰ ਆਪਣੀ ਕੰਟਰੀਬਿਊਸ਼ਨ ਕਰਦੇ ਹੋ ਤਾਂ ਗਵਰਨਮੈਂਟ ਤੁਹਾਨੂੰ ਕੰਟਰੀਬਿਊਟ ਕਰਦੀ ਹੈਗੀ ਹੈ। ਲੇਕਿਨ ਇਹਦੇ ਵਿੱਚ ਇਹ ਚੀਜ਼ ਹੈਗੀ ਕਿ CRA ਤੁਹਾਨੂੰ ਹਰ ਸਾਲ ਤੁਹਾਡੀ ਡਿਸੇਬਿਲਿਟੀ ਦੇ ਮੁਤਾਬਕ ਜਾਂ ਹਰ 6 ਸਾਲ ਬਾਅਦ ਜਾਂ ਕਈ ਵਾਰ 10 ਸਾਲਾਂ ਬਾਅਦ ਤੁਹਾਨੂੰ ਰਿਵਿਊ ਕਰਨ ਨੂੰ ਕਹਿੰਦੀ ਹੈ ਕਿ ਵੀ ਵਾਂਟ ਅ ਨਿਊ ਸਟੇਟਮੈਂਟ ਕਿ ਤੁਹਾਡੀ ਹੁਣ ਡਿਸੇਬਿਲਿਟੀ ਕਿਹੋ ਜਿਹੀ ਹੈਗੀ ਹੈ। ਠੀਕ ਹੈ, ਉਹ ਡਿਸੇਬਿਲਿਟੀ ਬੈਨੀਫਿਟ ਦਾ ਹੈ। ਤੇ ਅਗਰ ਜਦੋਂ ਉਹਨਾਂ ਨੇ ਖੁਲਵਾਉਣਾ ਹੈਗਾ, ਡੈਫੀਨਿਟਲੀ ਜਦੋਂ ਹੁਣ ਸਕਰੀਨ ਤੇ ਸਾਡਾ ਨੰਬਰ ਆਵੇਗਾ, ਦੇ ਕੈਨ ਆਲਵੇਜ਼ ਕਾਲ ਅਸ ਆਫਟਰ ਦੈਟ, ਤੇ ਵੀ ਕੈਨ ਗਾਈਡ ਹਿਮ ਫਰਦਰ। ਜਿਹੜੇ ਮੈਮ ਉਹਨਾਂ ਨੇ ਪੁੱਛਿਆ ਸੀਗਾ ਕਿ ਡਿਸੇਬਿਲਿਟੀ ਇੰਸ਼ੋਰੈਂਸ ਲੈ ਸਕਦੇ ਕਿ ਨਹੀਂ ਲੈ ਸਕਦੇ, ਦੇਖੋ ਹੁਣ ਡਿਸੇਬਿਲਿਟੀ ਦੋ ਤਰ੍ਹਾਂ ਦੀ ਹੈਗੀ ਆ। ਇੱਕ ਹੈਗੀ ਆ ਇੰਜਰੀ ਵਾਲੀ ਡਿਸੇਬਿਲਿਟੀ, ਇੱਕ ਹੈਗੀ ਆ ਸਿਕਨੈਸ ਵਾਲੀ ਡਿਸੇਬਿਲਿਟੀ, ਜਿਹੜੀ ਇੰਡੀਵਿਜੂਅਲ ਪਲਾਨ ਦੀ ਗੱਲ ਕਰਦਾ ਮੈਂ। ਹੁਣ ਇਹਨਾਂ ਨੂੰ ਐਕਸੀਡੈਂਟਲ ਡਿਸੇਬਿਲਿਟੀ ਕਿਸੇ ਨੂੰ ਵੀ ਮਿਲ ਸਕਦੀ ਹੈ, ਉਹ ਇਰਰਿਸਪੈਕਟਿਵ ਆਫ ਹੈਲਥ, ਕਿਹੋ ਜਿਹੀ ਹੈਲਥ ਹੈਗੀ ਤੁਹਾਡੀ। ਲੇਕਿਨ ਜਿਹੜੀ ਤੁਹਾਡੀਆਂ ਹੈਲਥ ਕੰਡੀਸ਼ਨਸ ਹੈਗੀਆਂ ਨੇ, ਉਹ ਸਿਕਨੈਸ ਵਾਲੀ ਡਿਸੇਬਿਲਿਟੀ ਨੂੰ ਜ਼ਰੂਰ ਇਫੈਕਟ ਕਰਦੀਆਂ ਨੇ, ਕਿਉਂਕਿ ਉੱਥੇ ਅੰਡਰ ਰਾਈਟਿੰਗ ਹੋਵੇਗੀ। ਹੋ ਸਕਦਾ ਹੈ ਕਿ ਮਿਲੇ, ਹੋ ਸਕਦਾ ਰੇਟਡ ਮਿਲੇ ਯਾਨੀ ਕਿ ਮਹਿੰਗੀ ਮਿਲੇ, ਹੋ ਸਕਦਾ ਡਿਕਲਾਈਨ ਹੋ ਜਾਵੇ। ਓਕੇ, ਇਹ ਤਿੰਨੋਂ ਚੀਜ਼ਾਂ ਹੋ ਸਕਦੀਆਂ ਨੇ। ਇੱਕ ਇਹ ਚੀਜ਼ ਹੈਗੀ ਕਿ ਪ੍ਰੋਗਰਾਮ ਤੋਂ ਬਾਅਦ ਅਗਰ ਸਾਨੂੰ ਕਾਲ ਕਰਦੇ ਨੇ, ਦੇ ਕੈਨ ਸ਼ੇਅਰ देयर ਪ੍ਰੋਫਾਈਲ ਵਿਦ ਅਸ, ਵੀ ਕੈਨ ਸੀ ਕਿ ਇਹਨਾਂ ਨੂੰ ਆਪਾਂ ਕਿਹੜੀ ਡਿਸੇਬਿਲਿਟੀ, ਕਿਉਂਕਿ ਇੰਜਰੀ ਵਾਲੀ ਡਿਸੇਬਿਲਿਟੀ ਦਾ ਰਾਈਟ ਵੇ ਦਿੱਤੀ ਜਾ ਸਕਦੀ ਹੈਗੀ ਹੈ, ਦੈਟ ਇਜ਼ ਨਾਟ ਅ ਪ੍ਰੋਬਲਮ। ਲੇਕਿਨ ਜਿਹੜੀ ਸਿਕਨੈਸ ਵਾਲੀ ਹੈਗੀ ਹੈ, ਉਹਨੂੰ ਕੰਪਨੀ ਅਪਰੂਵ ਕਰਦੀ ਹੈ ਕਿ ਨਹੀਂ ਕਰਦੀ, ਇਟ ਵਿਲ ਡਿਪੈਂਡ। ਇਹਨਾਂ ਦੇ ਪ੍ਰੀਮੀਅਮ ਉੱਤੇ ਕੋਈ ਉਮਰ ਵਗੈਰਾ ਦਾ ਜਾਂ ਤੁਹਾਡੀ ਹੈਲਥ ਦਾ ਵੀ ਅਸਰ ਪੈਂਦਾ ਹੈ? ਡੈਫੀਨਿਟਲੀ ਜੀ। ਦੇਖੋ ਮੈਂ ਪਹਿਲੇ ਵੀ ਜ਼ਿਕਰ ਕੀਤਾ ਸੀ ਕਿ ਜਿਹੜਾ ਪ੍ਰੀਮੀਅਮ ਹੈਗਾ ਆ, ਉਹ ਤੁਹਾਡੇ ਆਕੂਪੇਸ਼ਨ, ਪਹਿਲੀ ਗੱਲ ਤੁਹਾਡੇ ਆਕੂਪੇਸ਼ਨ ਤੇ ਡਿਪੈਂਡ ਕਰਦਾ ਹੈ। ਸੈਕੰਡ ਫਿਰ ਤੁਹਾਡੀ ਇਨਕਮ ਤੇ ਡਿਪੈਂਡ ਕਰਦਾ ਹੈਗਾ ਕਿ ਤੁਸੀਂ ਕਿੰਨੇ ਦਾ ਬੈਨੀਫਿਟ ਲੈ ਰਹੇ ਹੋ। ਪਹਿਲੀ ਗੱਲ ਤਾਂ ਇਹਦੇ ਲਈ ਇਨਕਮ ਹੋਣੀ ਵੀ ਜ਼ਰੂਰੀ ਹੈਗੀ, ਕਿਉਂਕਿ ਡਿਸੇਬਿਲਿਟੀ ਮੀਨਸ ਕਿ ਤੁਹਾਡੀ ਇਨਕਮ ਨੂੰ ਹੀ ਇਫੈਕਟ ਹੋ ਰਿਹਾ। ਤੀਸਰੀ ਚੀਜ਼ ਇਹਦੇ 'ਚ ਹੈਗਾ ਕਿ ਤੁਸੀਂ ਕਿੰਨਾ ਉਹ ਲੈ ਰਹੇ ਹੋ, ਕਿੰਨੀ ਦੇਰ ਦਾ ਬੈਨੀਫਿਟ ਲੈ ਰਹੇ ਹੋ। ਇਹ ਤਿੰਨ ਚੀਜ਼ਾਂ ਜਿਹੜੀਆਂ, ਏਜ ਹੋ ਗਈ, ਆਕੂਪੇਸ਼ਨ ਹੋ ਗਈ, ਤੇ ਕਿੰਨੇ ਸਾਲ ਦਾ ਤੁਸੀਂ ਜਾਂ ਕਿੰਨੇ ਸਮੇਂ ਦਾ ਬੈਨੀਫਿਟ ਲੈ ਰਹੇ ਹੋ। ਫਿਰ ਇਹ ਹੈਗਾ ਕਿ ਤੁਸੀਂ ਕਿੰਨਾ ਵੇਟਿੰਗ ਪੀਰੀਅਡ ਲੈ ਰਹੇ ਹੋ। ਹੁਣ ਅਗਰ ਤੁਸੀਂ ਕਹਿੰਦੇ ਕਿ ਪ੍ਰੀਮੀਅਮ ਮੇਰਾ ਘੱਟ ਹੋਵੇ ਤਾਂ ਤੁਸੀਂ ਨੈਚੁਰਲੀ ਵੇਟਿੰਗ ਪੀਰੀਅਡ ਵਧਾ ਲਓ। ਤੇ ਜੇ ਤੁਸੀਂ ਕਹਿੰਦੇ ਹੋ ਕਿ ਠੀਕ ਹੈ ਵੀ ਮੈਨੂੰ ਜਲਦੀ ਚਾਹੀਦਾ ਹੈਗਾ, ਆਈ ਡੋਂਟ ਹੈਵ ਸੇਵਿੰਗਸ ਵਿਦ ਮੀ, ਤੇ ਫਿਰ ਉਹਦਾ ਪ੍ਰੀਮੀਅਮ ਤੁਹਾਨੂੰ ਜ਼ਿਆਦਾ ਦੇਣਾ ਪਵੇਗਾ। ਜੀ ਬਿਲਕੁਲ। ਸੋ ਵਿਕਰਮ ਜੀ, ਹੁਣ ਆਪਣਾ ਸਮਾਂ ਇਜਾਜ਼ਤ ਲੈਣ ਦਾ ਹੋ ਰਿਹਾ, ਪਰ ਅੱਜ ਅਸੀਂ ਕਾਫੀ ਡਿਟੇਲ ਦੇ ਵਿੱਚ ਡਿਸੇਬਿਲਿਟੀ ਇੰਸ਼ੋਰੈਂਸ ਦੇ ਬਾਰੇ ਵਿੱਚ ਗੱਲਬਾਤ ਕੀਤੀ ਆ। ਸੋ ਜਿਹੜੇ ਦਰਸ਼ਕ ਅਜੇ ਕੁਝ ਕਾਲ ਕਰ ਰਹੇ ਸੀ, ਅਸੀਂ ਮਾਫੀ ਚਾਹਾਂਗੇ ਕਿ ਹੋਰ ਕਾਲਸ ਨਹੀਂ ਲੈ ਸਕਦੇ। ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਵੈਸੇ ਤਰਨ ਜੀ, ਪਹਿਲੀ ਗੱਲ ਤਾਂ ਥੈਂਕਸ ਹੈਗਾ ਕਿ ਜਿਹੜਾ ਪਲੇਟਫਾਰਮ, ਜਿਹਦਾ ਮੈਂ ਤੁਹਾਨੂੰ ਪਹਿਲੇ ਵੀ ਸ਼ੁਰੂਆਤ 'ਚ ਕਿਹਾ ਸੀ ਕਿ ਬਹੁਤ ਅਸੀਂ ਅਣਜਾਣ ਹੈਗੇ ਇਸ ਚੀਜ਼ ਤੋਂ, ਡਿਸੇਬਿਲਿਟੀ ਇੰਸ਼ੋਰੈਂਸ ਤੋਂ। ਕਿਉਂਕਿ ਮੈਂ ਆਪਣੇ ਐਕਸਪੀਰੀਅੰਸ ਤੋਂ ਦੱਸਦਾ ਕਿ ਬਹੁਤ ਪੇਨਫੁਲ ਹੁੰਦਾ ਹੈਗਾ ਜਦੋਂ ਅਸੀਂ ਕਿਸੇ ਨੂੰ ਦੇਖਦੇ ਕਿ ਉਹ ਵਿਅਕਤੀ ਅੱਜ ਕੰਮ ਕਰਨ ਜੋਗਾ ਨਹੀਂ ਰਹੇਗਾ, ਲੇਕਿਨ ਉਹਦੇ ਖਰਚੇ, ਐਕਸਪੈਂਸਸ ਉਨੇ ਦੇ ਉਨੇ ਹੀ ਹੈਗੇ ਨੇ। ਬਹੁਤ ਸਾਰੀਆਂ ਚੀਜ਼ਾਂ ਤੋਂ ਸੈਕਰੀਫਾਈਸ ਕਰਨਾ ਪੈਂਦਾ। ਕਈਆਂ ਨੂੰ ਤਾਂ ਆਪਣੇ ਘਰ ਵੀ ਵੇਚਣੇ ਪੈ ਗਏ ਸਿਰਫ ਇਸ ਕਰਕੇ ਕਿ ਫੋਰਕਲੋਜ਼ਰਸ ਬਹੁਤ ਹੋਏ ਨੇ ਹੈਲਥ ਦੇ ਕਰਕੇ। ਸੋ ਮੇਰੀ ਅਪੀਲ ਹੈਗੀ ਹੈ, ਜਾਂ ਮੇਰੇ ਵੱਲੋਂ ਅਗਰ ਕੁਝ ਹੋ ਸਕਦਾ ਹੈ ਕਿ ਅਗਰ ਜਾਣਕਾਰੀ ਕਦੇ ਵੀ ਚਾਹੁੰਦੇ ਹੋ ਤਾਂ ਡੈਫੀਨਿਟਲੀ ਵੀ ਕੈਨ ਡਿਸਕਸ ਕਿ ਤੁਹਾਨੂੰ ਕਿੱਦਾਂ ਡਿਸੇਬਿਲਿਟੀ ਇੰਸ਼ੋਰੈਂਸ ਤੁਸੀਂ ਲੈ ਸਕਦੇ ਹੋ ਔਰ ਕਿਉਂ ਲੈਣੀ ਚਾਹੀਦੀ ਹੈ। ਕਿ ਸਭ ਤੋਂ ਵੱਡੀ ਗੱਲ ਹੈ ਕਿ ਹਰ ਇੱਕ ਦਾ ਆਪਣਾ ਪਰਸਨਲ ਐਨਾਲਿਸਿਸ ਹੋਵੇ ਕਿ ਮੈਨੂੰ ਕਿਉਂ ਲੋੜ ਹੈਗੀ ਹੈ। ਤਾਂ ਅਗਰ ਮੇਰੇ ਕੋਲ ਡਿਸੇਬਿਲਿਟੀ ਇੰਸ਼ੋਰੈਂਸ ਨਹੀਂ ਹੈਗੀ ਤਾਂ ਕੱਲ੍ਹ ਨੂੰ ਅਗਰ ਮੈਨੂੰ ਹੁੰਦਾ ਹੈ ਕੁਝ ਵੀ, ਅਗਰ ਮੈਂ ਡਿਸੇਬਲ ਹੁੰਦਾ ਤਾਂ ਮੇਰੇ ਕੋਲ ਕਿੰਨੀ ਦੇਰ ਦਾ ਖਰਚਾ ਕਰਨ ਦੀ ਕੈਪੈਸਿਟੀ ਹੈਗੀ, ਕਿਉਂਕਿ ਖਰਚੇ ਤਾਂ ਚੱਲਦੇ ਰਹਿਣਗੇ। ਬਿਲਕੁਲ। ਸੋ ਸਰ, ਕਿਹੜੀਆਂ ਸਰਵਿਸਿਜ਼ ਪ੍ਰੋਵਾਈਡ ਕਰਵਾਉਂਦੇ ਹੋ ਤੇ ਕਦੋਂ, ਕਿਵੇਂ, ਕਿੱਥੇ ਕੰਟੈਕਟ ਕੀਤਾ ਜਾ ਸਕਦਾ? ਵੈਸੇ ਤਾਂ ਜੀ ਸਾਡਾ ਨੰਬਰ ਤਾਂ ਹੁਣ ਨੀਚੇ ਡਿਸਪਲੇ ਹੋ ਹੀ ਜਾਵੇਗਾ, ਤੇ ਇਹ ਚੀਜ਼ ਹੈ ਕਿ ਯੂ ਕੈਨ ਕਾਲ ਅਸ ਐਨੀ ਟਾਈਮ, ਜਦੋਂ ਵੀ ਤੁਸੀਂ ਚਾਹੁੰਦੇ ਹੋ, ਕੋਈ ਤੁਸੀਂ ਕੰਸਲਟੇਸ਼ਨ ਕਰਨਾ ਚਾਹੁੰਦੇ ਹੋ, ਚਾਹੇ ਉਹ ਇੰਸ਼ੋਰੈਂਸ ਹੈਗੀ ਆ, ਡਿਸੇਬਿਲਿਟੀ, ਕ੍ਰਿਟੀਕਲ ਇਲਨੈਸ ਹੈਗੀ ਆ, ਜਾਂ ਫਿਰ ਤੁਸੀਂ ਇਨਵੈਸਟਮੈਂਟਸ ਜਿੱਦਾਂ RESP, ਈਵਨ RDSP ਜਿੱਦਾਂ ਮੈਂ ਅੱਜ ਜ਼ਿਕਰ ਹੋਇਆ, ਅਗਰ ਇਹ ਵੀ ਅਗਰ ਕੋਈ ਇੱਛੁਕ ਹੈ ਇਹਦੇ ਬਾਰੇ ਜਾਣਨ ਤਾਂ ਦੇ ਕੈਨ ਆਲਵੇਜ਼ ਕਾਲ ਅਸ। ਸਾਡਾ ਕੰਟੈਕਟ ਨੰਬਰ ਹੈਗਾ 416
ਈਮੇਲ ਕਰ ਸਕਦੇ ਹੋ info@truepex.ca। ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਵਿਕਰਮ ਜੀ ਸਾਡੇ ਪ੍ਰੋਗਰਾਮ 'ਚ ਆਉਣ ਲਈ ਤੇ ਜਾਣਕਾਰੀ ਸਾਂਝੀ ਕਰਨ ਲਈ। ਥੈਂਕ ਯੂ ਤਰਨਜੀਤ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸੋ ਦੋਸਤੋ, ਇਸੇ ਸਾਡਾ ਪ੍ਰੋਗਰਾਮ ਪੈਸਾ ਤੇ ਲਾ ਕੋਸ਼ਿਸ਼ ਕਰਦੇ ਹਾਂ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਨੂੰ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾ ਸਕੇ। ਹੁਣ ਫਿਲਹਾਲ ਸਾਨੂੰ ਇਜਾਜ਼ਤ ਦਿਓ। ਕੋਈ ਵੀ ਹੋਰ ਸਵਾਲ ਹੈ ਤੁਹਾਡਾ ਤਾਂ ਤੁਸੀਂ ਵਿਕਰਮ ਜੀ ਨੂੰ ਉਹਨਾਂ ਦੇ ਨੰਬਰ ਦੇ ਉੱਤੇ ਕੰਟੈਕਟ ਕਰ ਸਕਦੇ ਹੋ। ਅਗਲੇ ਟਿਊਜ਼ਡੇ ਫਿਰ ਹੋਵੇ ਮੁਲਾਕਾਤ, ਸੇਮ ਟਾਈਮ ਤੇ ਸੇਮ ਚੈਨਲ ਤੇ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।